ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਪਾਈ। ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜੋ ਕਰੋ। ਹਾਜ਼ਰ ਹਜੂਰ ਖੁਦਾਏ। ਵੇਦ ਕਤੇਬ ਇਫਤਰਾ ਪਾਈ। ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜੋ ਕਰੋ। ਹਾਜ਼ਰ ਹਜੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼। ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ। ਦਸਤਗੀਰੀ ਨਾਹੇ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ। ਬੇਖਬਰ ਬਾਦ ਬਕਾਹੇ। ਹਕ ਸੱਚ ਖਾਲਕ ਖਲਕ ਮਿਆਨੇ। ਸ਼ਿਆਮ ਮੂਰਤ ਨਾਹੇ। ਅਸਮਾਨ ਮਿਆਨੇ ਲਹੰਗ ਦਰੀਆ। ਗੁਸਲ ਕਰਦਨ ਬੂਦ। ਕਰ ਫਕਰ ਦਾਇਮ ਲਾਏ ਚਸ਼ਮੇ। ਜਹ ਤਹਾ ਮੌਜੂਦ। ਅੱਲਾਹ ਪਾਕੰ ਪਾਕ ਹੈ। ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ। ਉਹ ਕਰੈ ਜਾਣੈ ਸੋਏ। ਅੱਲਾਹ ਪਾਕੰ ਪਾਕ ਹੈ। ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ। ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹਿਨशाह ਹਰ ਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ। ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਜਿੱਥੇ ਰੱਬੀ ਬਾਣੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ, ਉੱਥੇ ਬਣੀ ਹੋਈ ਮਰਿਆਦਾ ਅਨੁਸਾਰ
ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਮੁਬਾਰਕ ਹੁਕਮ ਦੀ ਬਖਸ਼ਿਸ਼ ਹੋਈ ਹੈ ਸਾਨੂੰ, ਪੂਰੀ ਕਾਇਨਾਤ ਨੂੰ ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਅੱਜ ਦਾ ਜੋ ਮੁਬਾਰਕ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਹ ਕਬੀਰ ਸਾਹਿਬ ਜੀ ਦੇ ਮੁਬਾਰਕ ਬੋਲ ਤਲੰਗ ਰਾਗ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਗ ਅੰਗ 727 ਤੇ ਇਸ ਬਾਣ ਸਵਾਇਮਾਨ ਹੈ। ਇਸ ਮੁਬਾਰਕ ਸ਼ਬਦ ਦੇ ਅੰਦਰ ਜੋ ਰਹਾਉ ਦੀ ਪੰਕਤੀ ਹੈ, ਜਿਸ ਨੂੰ ਕਿ ਸਾਰੇ ਹੀ ਸ਼ਬਦ ਦਾ ਸੈਂਟਰਲ ਆਈਡੀਆ, ਮੂਲ ਭਾਵ ਆਖਦੇ ਨੇ, ਜਿਸ ਦੇ ਦੁਆਲੇ ਸਾਰੀ ਵਿਚਾਰ ਘੁੰਮਦੀ ਹੈ, ਉਹਦੇ ਅੰਦਰ ਕਬੀਰ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਕਬੀਰ ਜੀ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਮਨੁੱਖ ਜਨਮ ਤੋਂ ਲੈ ਕੇ ਖੋਜਣ ਦੀ ਬਿਰਤੀ ਲੈ ਕੇ ਆਇਆ ਹੈ ਤੇ ਹਰੇਕ ਚੀਜ਼ ਨੂੰ ਖੋਜਣ ਦਾ ਯਤਨ ਕਰਦਾ ਹੈ, ਲੱਭਣ ਦਾ ਯਤਨ ਕਰਦਾ ਹੈ। ਤੁਸੀਂ ਕਈ ਵਾਰੀ ਵੇਖਿਆ ਕਿ ਬੱਚੇ ਨੂੰ ਕੋਈ ਖਿਡੌਣਾ ਦੇ ਦਿਓ ਨਾ, ਤੇ ਥੋੜੀ ਦੇਰ ਉਹ ਖਿਡੌਣੇ ਨਾਲ ਖੇਡਦਾ ਹੈ, ਉਸ ਤੋਂ ਬਾਅਦ ਫਿਰ ਉਹਨੂੰ ਤੋੜਦਾ ਹੈ। ਤੇ ਤੋੜਦਾ ਕਿਉਂ ਹੈ? ਇਹਦੇ ਵਿੱਚੋਂ ਲੱਭਣਾ ਚਾਹੁੰਦਾ ਹੈ ਕਿ ਇਹਦੇ ਵਿੱਚ ਕੀ ਹੈ। ਉਸ ਨੂੰ ਖੋਜਣ ਦਾ ਯਤਨ ਕਰਦਾ ਹੈ ਕਿ ਇਹਦੇ ਵਿੱਚ ਹੈ ਕੀ ਹੈ, ਉਹਨੂੰ ਤੋੜ ਕੇ ਲੱਭਣ ਦਾ ਯਤਨ ਕਰਦਾ ਹੈ, ਕਿਉਂਕਿ ਬਿਰਤੀ ਖੋਜਣ ਦੀ ਹੈ। ਸ਼ੁਰੂ ਤੋਂ ਖੋਜਣ ਦੀ ਬਿਰਤੀ ਲੈ ਕੇ ਆਉਣ ਦੇ ਕਾਰਨ ਇਸ ਨੇ ਬਾਹਰ ਬੜੀ ਖੋਜ ਕੀਤੀ ਹੈ। ਹਰੇਕ ਚੀਜ਼ ਨੂੰ ਇਸ ਨੇ ਖੋਜਿਆ। ਇਸ ਨੇ ਜ਼ਮੀਨ ਨੂੰ ਖੋਜਿਆ ਤੇ ਜ਼ਮੀਨ ਦੇ ਵਿੱਚੋਂ ਇਸ ਨੇ ਬੜੇ ਬੜੇ ਕੀਮਤੀ ਫਸਲਾਂ ਪੈਦਾ ਕੀਤੀਆਂ। ਇਸ ਨੇ ਕੀਮਤੀ ਸਬਜ਼ੀਆਂ ਪੈਦਾ ਕੀਤੀਆਂ, ਕੀਮਤੀ ਫਰੂਟ ਇਸ ਨੇ ਪੈਦਾ ਕੀਤੇ। ਇਸ ਦੀ ਦ੍ਰਿਸ਼ਟੀ ਪਹਾੜਾਂ ਵੱਲ ਚਲੀ ਗਈ ਤੇ ਮਨੁੱਖ ਨੇ ਪਹਾੜਾਂ ਦੀ ਖੋਜ ਕੀਤੀ, ਉਹਦੇ ਵਿੱਚੋਂ ਕੀਮਤੀ ਸੋਨਾ ਇਸ ਨੇ ਕੱਢ ਲਿਆ, ਕੀਮਤੀ ਹੀਰੇ ਇਸ ਨੇ ਕੱਢ ਲਏ। ਪਰ ਭਾਵਨਾ ਪਤਾ ਕੀ ਹੈ? ਮਨੁੱਖ ਇਹ ਬਿਰਤੀ ਲੈ ਕੇ ਆਉਂਦਾ ਕਿ ਮੈਂ ਖੋਜ ਕੇ ਰਾਜਾ ਬਣ ਜਾਵਾਂ। ਰਾਜਾ ਬਣਨ ਦੀ ਬਿਰਤੀ ਹੈ। ਤੇ ਰਾਜੇ ਤੋਂ ਭਾਵ ਕੀ ਹੁੰਦਾ ਜੀ? ਰੱਜਿਆ ਹੋਇਆ। ਰਾਜਾ ਕੌਣ ਹੈ? ਜਿਹੜਾ ਰੱਜਿਆ ਹੈ। ਇਸ ਦੀ ਬਿਰਤੀ ਸੀ ਕਿ ਮੈਂ ਕਿਤੇ ਰੱਜ ਜਾਵਾਂ। ਇਸ ਨੇ ਬੜਾ ਯਤਨ ਕੀਤਾ, ਬਹੁਤ ਕੁਝ ਖੋਜਿਆ। ਇਸ ਨੇ ਹੀਰੇ ਕੱਢ ਲਏ, ਸੋਨਾ ਕੱਢ ਲਿਆ, ਚਾਂਦੀ ਕੱਢ ਲਈ, ਔਰ ਬੜਾ ਲੋਹਾ ਇਸ ਨੇ ਕੱਢਿਆ। ਅੱਜ ਵੀ ਤੁਸੀਂ ਵੇਖੋ ਪਹਾੜਾਂ ਦੇ ਵਿੱਚੋਂ ਬੜਾ ਲੋਹਾ ਕੱਢ ਰਿਹਾ ਹੈ। ਭਾਵ ਕੀ ਹੈ? ਕਿ ਮੈਂ ਰਾਜਾ ਬਣ ਜਾਵਾਂ। ਭਾਵਨਾ ਸੀ ਰਾਜਾ ਬਣਨ ਦੀ। ਪਰ ਇੱਥੇ ਵੀ ਗੱਲ ਨਹੀਂ ਬਣੀ। ਇਹਦੀ ਦ੍ਰਿਸ਼ਟੀ ਹੋਰ ਅੱਗੇ ਚਲੀ ਗਈ। ਇਹ ਸਾਗਰ ਵਾਲੇ ਪਾਸੇ ਗਿਆ। ਇਸ ਨੇ ਫਿਰ ਸਾਗਰ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਂ ਇਹਦੇ ਵਿੱਚੋਂ ਕੀਮਤੀ ਮੋਤੀ ਲੱਭ ਕੇ ਲਿਆਵਾਂ। ਇੰਨਾ ਖੋਜਿਆ ਕਿ ਇਸ ਨੇ ਸਾਗਰ ਦੀ ਡੂੰਘਾਈ ਨੂੰ ਵੀ ਨਾਪਿਆ, ਪਰ ਇਹ ਰਾਜਾ ਫਿਰ ਨਹੀਂ ਬਣ ਸਕਿਆ। ਫਿਰ ਇਹਦੀ ਦ੍ਰਿਸ਼ਟੀ ਗਈ ਅਸਮਾਨ ਵਾਲੇ ਪਾਸੇ। ਇਸ ਨੇ ਫਿਰ ਤਾਰੇ ਸਿਆਰਿਆਂ ਦੀ ਖੋਜ ਸ਼ੁਰੂ ਕੀਤੀ ਵੀ ਸ਼ਾਇਦ ਹੁਣ ਹੀ ਮੈਂ ਕਿਤੇ ਰੱਜ ਜਾਵਾਂ। ਪਰ ਭਟਕਣਾ ਨਹੀਂ ਮੁੱਕ ਸਕੀ। ਇੱਕ ਅਦੀਬ ਕਹਿੰਦਾ, ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ, ਕੋਈ ਵਿੱਚ ਆਕਾਸ਼ ਦੇ ਪਿਆ ਖੋਜ ਕਰੇਂਦਾ ਜਾਪੇ।
ਕਾਦਰ ਦੀ ਕੁਦਰਤ ਨੂੰ ਲੱਭਦੇ ਸਦੀਆਂ ਤੋਂ ਵਿਗਿਆਨੀ, ਐ ਪਰ ਬੁਰੀ ਤਰ੍ਹਾਂ ਇਹ ਹਾਰੇ ਲੱਭਦੇ ਆਪਣੇ ਆਪੇ। ਬੰਦਾ ਆਪਣਾ ਆਪਾ ਲੱਭਦਾ ਹਾਰ ਗਿਆ, ਕਿਉਂਕਿ ਇਸ ਨੇ ਆਪਣੇ ਆਪੇ ਦੀ ਖੋਜ ਹੀ ਨਹੀਂ ਕੀਤੀ। ਇਹ ਕੇਵਲ ਬਾਹਰ ਲੱਭਦਾ ਰਿਹਾ। ਇਸ ਨੇ ਪਦਾਰਥ ਬਾਹਰ ਲੱਭੇ, ਇਸ ਨੂੰ ਸੰਸਾਰ ਬਾਹਰੋਂ ਮਿਲਿਆ, ਇਸ ਨੂੰ ਪਰਿਵਾਰ ਬਾਹਰੋਂ ਮਿਲਿਆ, ਤੇ ਮਨ ਵਿੱਚ ਆਇਆ ਕਿ ਹੋ ਸਕਦਾ ਕਿਤੇ ਨਿਰੰਕਾਰ ਵੀ ਬਾਹਰ ਹੀ ਹੋਵੇ। ਨਿਰੰਕਾਰ ਨੂੰ ਵੀ ਬਾਹਰ ਹੀ ਲੱਭਦਾ ਰਿਹਾ, ਨਿਰੰਕਾਰ ਨੂੰ ਵੀ ਇਹ ਬਾਹਰ ਹੀ ਲੱਭੀ ਗਿਆ। ਇੱਕ ਪੁਰਾਣ ਦੀ ਗਾਥਾ ਹੈ ਤੇ ਕਹਾਣੀ ਸਮਝਾਉਣ ਵਾਸਤੇ, ਤੇ ਕਹਾਣੀ ਦਾ ਮਤਲਬ ਹੀ ਇਹ ਹੁੰਦਾ ਹੈ ਭਈ ਅਸਲੀਅਤ ਨਹੀਂ ਹੈ, ਸਿਰਫ ਸਮਝਾਉਣ ਲਈ। ਕਹਾ ਨਹੀਂ, ਸਮਝਾਉਣ ਵਾਸਤੇ ਹੈ। ਕਹਿੰਦੇ ਨੇ ਕਿ ਕਿਤੇ ਭਗਵਾਨ ਨੇ ਇੱਕ ਦਿਨ ਦੇਵਤਿਆਂ ਦਾ ਇਕੱਠ ਬੁਲਾ ਲਿਆ, ਤੇ ਉਸ ਇਕੱਠ ਵਿੱਚ ਭਗਵਾਨ ਨੇ ਆਪਣੀ ਪਰੇਸ਼ਾਨੀ ਉਹਨਾਂ ਦੇ ਸਾਹਮਣੇ ਰੱਖੀ। ਉਹ ਪਰੇਸ਼ਾਨੀ ਕੀ ਸੀ? ਕਹਿਣ ਲੱਗਾ ਕਿ ਜਦੋਂ ਦਾ ਮੈਂ ਇਸ ਮਨੁੱਖ ਨੂੰ ਬਣਾਇਆ ਨਾ, ਇਸ ਮਨੁੱਖ ਨੇ ਮੈਨੂੰ ਬੜਾ ਪਰੇਸ਼ਾਨ ਕੀਤਾ। ਇਹਨੇ ਦੂਜਿਆਂ ਨੂੰ ਤੇ ਕਰਨਾ ਸੀ, ਇਹਨੇ ਤੇ ਮੈਨੂੰ ਵੀ ਨਹੀਂ ਛੱਡਿਆ। ਮੈਂ ਵੀ ਇਹਦੇ ਤੋਂ ਪਰੇਸ਼ਾਨ ਹੋ ਗਿਆ, ਤੇ ਮੈਂ ਇਹਦੇ ਤੋਂ ਆਪਣਾ ਖਹਿੜਾ ਛੁਡਾਉਣਾ ਚਾਹਨਾ, ਤੇ ਦੱਸੋ ਮੈਂ ਕੀ ਕਰਾਂ? ਇੱਕ ਦੇਵਤਾ ਉੱਠਿਆ ਤੇ ਉਹ ਕਹਿਣ ਲੱਗਾ, ਭਗਵਾਨ ਜੇ ਇਸ ਮਨੁੱਖ ਤੋਂ ਖਹਿੜਾ ਛਡਾਉਣਾ ਚਾਹਨਾ ਤੇ ਇੱਕ ਕੰਮ ਕਰ, ਜਿਹੜੇ ਖੀਰ ਸਾਗਰ ਵਿੱਚ ਪਹਿਲਾਂ ਬੈਠਾ ਸੀ ਨਾ, ਬਸ ਉੱਥੇ ਹੀ ਜਾ ਕੇ ਬਹਿ ਜਾ ਤੇ ਤੇਰਾ ਖਹਿੜਾ ਛੁੱਟ ਜਾਏਗਾ। ਤੇ ਭਗਵਾਨ ਨੇ ਕਿਹਾ, ਪਹਿਲਾਂ ਵਾਲੀ ਗੱਲ ਨਹੀਂ, ਇਹਨੇ ਤੇ ਸਾਗਰ ਵੀ ਫਰੋਲ ਮਾਰਿਆ ਸਾਰਾ, ਇਹਨੇ ਮੈਨੂੰ ਉੱਥੇ ਵੀ ਨਹੀਂ ਕਿਤੇ ਟਿਕਣ ਦੇਣਾ। ਕਹਿਣ ਲੱਗੇ ਵੀ ਤੂੰ ਕੈਲਾਸ਼ ਪਰਬਤ ਤੇ ਚਲਾ ਜਾ। ਤੇ ਭਗਵਾਨ ਕਹਿਣ ਲੱਗਾ, ਇਹਨੇ ਪਹਾੜ ਵੀ ਖੋਦ ਮਾਰੇ ਨੇ, ਇਹਨੇ ਮੈਨੂੰ ਉੱਥੇ ਵੀ ਨਹੀਂ ਰਹਿਣ ਦੇਣਾ। ਤੇ ਕਹਿੰਦੇ ਨੇ ਇੱਕ ਬੁੱਢਾ ਜਿਹਾ ਦੇਵਤਾ ਉੱਠਿਆ, ਉਹ ਕਹਿਣ ਲੱਗਾ, ਭਗਵਾਨ ਜੇ ਮੈਨੂੰ ਹੁਕਮ ਹੋਵੇ ਤੇ ਮੈਂ ਦੱਸਾਂ? ਉਹਨੇ ਕਿਹਾ, ਤੂੰ ਦੱਸ ਲੈ। ਕਹਿਣ ਲੱਗਾ, ਨਾ ਤੇ ਤੁਹਾਨੂੰ ਕੈਲਾਸ਼ ਪਰਬਤ ਤੇ ਜਾਣ ਦੀ ਲੋੜ ਹੈ, ਨਾ ਤੁਹਾਨੂੰ ਖੀਰ ਸਾਗਰ ਵਿੱਚ ਜਾਣ ਦੀ ਲੋੜ ਹੈ, ਬਸ ਇੱਕ ਕੰਮ ਕਰੋ। ਕਹਿਣ ਲੱਗੇ, ਕੀ? ਕਹਿੰਦੇ ਨੇ, ਤੂੰ ਇਹਦੇ ਅੰਦਰ ਵੜ ਕੇ ਬਹਿ ਜਾ, ਇਹ ਤੈਨੂੰ ਬਾਹਰ ਲੱਭਦਾ ਫਿਰੇਗਾ, ਤੂੰ ਇਹਦੇ ਅੰਦਰ ਬੈਠਾ ਰਹੇ। ਪਰਮਾਤਮਾ ਅੰਦਰ ਹੈ, ਪਰ ਇਹ ਬਾਹਰ ਲੱਭਦਾ ਫਿਰਦਾ ਹੈ। ਇਸ ਨੇ ਅੰਦਰੋਂ ਪਰਮਾਤਮਾ ਦੀ ਖੋਜ ਨਹੀਂ ਕੀਤੀ। ਤੇ ਕਿਵੇਂ ਰਾਜਾ ਬਣਦਾ? ਰਾਜਾ ਤੇ ਤਾਂ ਬਣਿਆ ਜਾ ਸਕਦਾ ਸੀ ਜੇ ਉਸ ਮਾਲਕ ਦੇ ਨਾਲ ਕਿਤੇ ਇਹਦਾ ਸੰਬੰਧ ਜੁੜ ਜਾਂਦਾ। ਜੇ ਕਿਤੇ ਉਹਦੇ ਨਾਮ ਨਾਲ ਇਹਦਾ ਸੰਬੰਧ ਜੁੜਦਾ, ਫਿਰ ਇਹ ਰਾਜਾ ਬਣ ਸਕਦਾ ਸੀ। ਬਾਹਰ ਦੀਆਂ ਖੋਜਾਂ ਬੜੀਆਂ ਕੀਤੀਆਂ, ਪਰ ਇਹਨੂੰ ਕੋਈ ਰਜਾ ਨਹੀਂ ਸਕਿਆ, ਇਸ ਨੂੰ ਦਿਸਿਆ ਹੀ ਨਹੀਂ। ਤੇ ਸੱਚ ਜਾਣਿਓ, ਜਿਸ ਮਨੁੱਖ ਨੇ ਅੰਦਰ ਦੀ ਖੋਜ ਕੀਤੀ ਹੈ, ਉਹਨੂੰ ਪਰਮਾਤਮਾ ਅੰਦਰੋਂ ਮਿਲੇਗਾ। ਹੁਣ ਅਸੀਂ ਇੱਕ ਗਾਥਾ ਪੜ੍ਹਦੇ ਹਾਂ ਕਿ ਜਦੋਂ ਸਵਾਮੀ ਰਾਮਚੰਦਰ ਲੰਕਾ ਨੂੰ ਜਿੱਤ ਕੇ ਆਏ, ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿੰਘਾਸਨ ਤੇ ਬਿਠਾਣਾ ਸੀ, ਉਹਨਾਂ ਦੀ ਤਾਜਪੋਸ਼ੀ ਹੋਈ, ਤੇ ਉੱਥੇ ਹਨੂਮਾਨ ਵੀ ਬੈਠਾ ਹੈ। ਤੇ ਕਹਿੰਦੇ ਨੇ ਸੀਤਾ ਇੰਨੀ ਖੁਸ਼ ਸੀ ਕਿ ਸੀਤਾ ਨੇ ਆਪਣੇ ਗਲੋਂ ਕੀਮਤੀ ਮੋਤੀਆਂ ਦੀ ਮਾਲਾ ਲਾ ਕੇ ਨਾ, ਤੇ ਹਨੂਮਾਨ ਦੇ ਗਲ ਵਿੱਚ ਪਾ ਦਿੱਤੀ ਕਿ ਇਹਨੇ ਬੜੀ ਸਹਾਇਤਾ ਕੀਤੀ ਹੈ, ਉਹਦੇ ਗਲ ਵਿੱਚ ਪਾ ਦਿੱਤੀ। ਤੇ ਹਨੂਮਾਨ ਨੇ 2 ਪੱਥਰ ਲਿਆਂਦੇ, ਇੱਕ ਦੇ ਉੱਪਰ ਰੱਖਦਾ ਮੋਤੀ ਤੇ ਦੂਜਾ ਪੱਥਰ ਉੱਤੋਂ ਮਾਰ ਕੇ ਉਹਨੂੰ ਤੋੜਦਾ। 3-4 ਮੋਤੀ ਜਦੋਂ ਤੋੜ ਦਿੱਤੇ ਤੇ ਸੀਤਾ ਵੇਖ ਕੇ ਹੈਰਾਨ ਹੋ ਗਈ, ਕਹਿਣ ਲੱਗੀ, ਜੰਗਲੀ ਰਿਹਾ, ਇਹਨੂੰ ਨਹੀਂ ਪਤਾ ਕਿ ਕਿੰਨੇ ਕੀਮਤੀ ਮੋਤੀ ਨੇ, ਜੰਗਲਾਂ ਵਿੱਚ ਰਹਿਣ ਵਾਲਾ, ਇਹਨੂੰ ਕੀ ਅਹਿਸਾਸ ਹੈ ਇਹ ਕੀਮਤੀ ਮੋਤੀਆਂ ਦਾ। ਤੇ ਪੁੱਛ ਲਿਆ, ਕਹਿਣ ਲੱਗੇ, ਹਨੂਮਾਨ ਜੀ ਇਹ ਕੀ ਕਰ ਰਹੇ ਹੋ? ਇਹ ਤੇ ਬੜੇ ਕੀਮਤੀ ਮੋਤੀ ਨੇ, ਇਹਨਾਂ ਨੂੰ ਕਿਉਂ ਤੋੜ ਰਹੇ ਹੋ? ਤੇ ਹਨੂਮਾਨ ਨੇ ਪਤਾ ਕੀ ਆਖਿਆ? ਕਹਿਣ ਲੱਗਾ, ਮਾਂ ਮੈਂ ਵੇਖਦਾ ਕਿ ਇਹਨਾਂ ਵਿੱਚ ਰਾਮ ਹੈ, ਇਹਨਾਂ ਮੋਤੀਆਂ ਵਿੱਚ ਰਾਮ ਹੈ। ਉਸਨੇ ਕਿਹਾ, ਨਹੀਂ।
ਤੇ ਕਹਿਣ ਲੱਗਾ ਫਿਰ ਜਿਨ੍ਹਾਂ ਵਿੱਚ ਰਾਮ ਨਹੀਂ ਉਹਨਾਂ ਨੂੰ ਰੱਖਣ ਦਾ ਵੀ ਕੀ ਫਾਇਦਾ ਹੈ। ਖਿਆਲ ਕਰਿਓ, ਜਿਨ੍ਹਾਂ ਵਿੱਚ ਰਾਮ ਹੀ ਨਹੀਂ ਉਹਨਾਂ ਨੂੰ ਰੱਖਣ ਦਾ ਫਿਰ ਅਰਥ ਵੀ ਕੀ ਹੈ। ਤੇ ਉਸ ਨੇ ਕਿਹਾ ਫਿਰ ਇਹ ਤਨ ਕਿਉਂ ਰੱਖਿਆ, ਇਹ ਤਨ ਕਿਉਂ ਰੱਖਿਆ, ਇਹ ਵੀ ਤੇ ਜੜ ਹੈ ਨਾ, ਇਹਦੇ ਵਿੱਚ ਅਗਨੀ ਹੈ, ਅਗਨੀ ਜੜ ਹੈ, ਪਾਣੀ ਜੜ ਹੈ, ਹਵਾ ਜੜ ਹੈ, ਫਿਰ ਇਸ ਨੂੰ ਕਿਉਂ ਰੱਖਿਆ। ਤੇ ਕਹਿੰਦੇ ਨੇ ਫਿਰ ਹਨੂਮਾਨ ਨੇ ਕਿਹਾ ਮਾਂ ਜੇ ਇਹਦੇ ਵਿੱਚ ਵੀ ਰਾਮ ਨਾ ਹੋਇਆ ਤੇ ਇਹਨੂੰ ਵੀ ਤੋੜ ਦੇਣਾ ਨਹੀਂ ਚਾਹੀਦਾ। ਔਰ ਜਦੋਂ ਉਸਨੇ ਸੀਨਾ ਚੀਰਿਆ ਤੇ ਵਿੱਚੋਂ ਰਾਮ ਦੇ ਦਰਸ਼ਨ ਹੋ ਗਏ। ਜੇ ਰਾਮ ਅੰਦਰ ਨਹੀਂ, ਹੁਣ ਦੇਖੋ ਇੱਕ ਸਮਝਾਉਣ ਦਾ ਤਰੀਕਾ ਹੈ ਕਿ ਪਰਮਾਤਮਾ ਤੇਰੇ ਅੰਦਰ ਹੈ, ਪਰ ਤੂੰ ਅੰਦਰ ਦੀ ਖੋਜ ਕੀਤੀ ਨਹੀਂ, ਅੰਦਰੋਂ ਤੂੰ ਲੱਭਿਆ ਹੀ ਨਹੀਂ। ਤੂੰ ਤੇ ਬਾਹਰ ਦੀ ਖੋਜ ਕਰਦਾ ਰਿਹਾ, ਧਨ ਦੌਲਤ ਇਕੱਠਾ ਕਰਦਾ ਰਿਹਾ, ਪਰ ਧਨ ਦੌਲਤ ਵੀ ਬਹੁਤਾ ਇਕੱਠਾ ਕਰਨ ਦੇ ਨਾਲ ਤ੍ਰਿਪਤੀ ਨਹੀਂ ਮਿਲਦੀ, ਮਨੁੱਖ ਨੂੰ ਸ਼ਾਂਤੀ ਨਹੀਂ ਮਿਲਦੀ। ਜਿਸ ਦਿਨ ਦੁਨੀਆ ਨੂੰ ਫਤਿਹ ਕਰ ਰਿਹਾ ਸੀ ਨਾ ਸਿਕੰਦਰ, ਤੇ ਕਹਿੰਦੇ ਨੇ ਕਿ ਜਦੋਂ ਦਰਿਆ ਸਿੰਧ ਨੂੰ ਪਾਰ ਕਰਨ ਲੱਗਾ ਤੇ ਇਸ ਦੇ ਪਹਿਲਾਂ ਕੀਮਤੀ ਜਿਹੜੇ ਸਨ ਨਾ ਘੋੜੇ ਉਹ ਅੱਗੇ ਨਿਕਲ ਗਏ, ਰੱਥ ਅੱਗੇ ਨਿਕਲ ਗਏ, ਫੌਜਾਂ ਅੱਗੇ ਨਿਕਲ ਗਈਆਂ, ਤੇ ਜਿਹੜੀ ਆਖਰੀ ਟੁਕੜੀ ਸੀ ਉਹਨਾਂ ਦੇ ਵਿੱਚ ਸਿਕੰਦਰ ਆਪ ਸੀ, ਬਾਕੀ ਸਾਰੇ ਦਰਿਆ ਪਾਰ ਕਰ ਗਏ। ਆਖਰੀ ਜਿਹੜੀ ਟੁਕੜੀ ਸੀ ਨਾ ਉਹਦੇ ਵਿੱਚ ਸਿਕੰਦਰ ਸੀ। ਤੇ ਸਿਕੰਦਰ ਜਦੋਂ ਪਾਰ ਕਰਨ ਲੱਗਾ ਤੇ ਉਸਨੇ ਵੇਖਿਆ ਕਿ ਦਰਿਆ ਦੇ ਕਿਨਾਰੇ ਤੇ ਇੱਕ ਫਕੀਰ ਜਿਹੜਾ ਕਿ ਬੇਪਰਵਾਹ ਹੋ ਕੇ ਸੁੱਤਾ ਹੈ। ਮਨ ਵਿੱਚ ਸੋਚਿਆ ਕਿ ਇੰਨੀਆਂ ਫੌਜਾਂ ਲੰਘ ਗਈਆਂ, ਇੰਨਾ ਫੌਜਾਂ ਦਾ ਖੜਾਕ, ਇੰਨੇ ਘੋੜੇ ਊਠ ਲੰਘ ਗਏ, ਇਸ ਫਕੀਰ ਤੇ ਕੋਈ ਅਸਰ ਨਹੀਂ। ਉਸਨੇ ਫਕੀਰ ਨੂੰ ਉਠਾਇਆ, ਉਹ ਫਕੀਰ ਬੇਪਰਵਾਹ ਉੱਠਿਆ ਤੇ ਕਹਿਣ ਲੱਗਾ ਫਕੀਰ ਸਾਈਂ ਤੂੰ ਬੜਾ ਬੇਪਰਵਾਹ ਸੁੱਤਾ ਹੈ। ਤੇ ਉਸਨੇ ਵਿੰਦਿਆਂ ਸਾਰੀ ਕਹਿਣ ਲੱਗਾ ਸਿਕੰਦਰ ਕਿੱਧਰ ਚੱਲਾਂ। ਅੰਦਰੋਂ ਹੈਰਾਨ ਹੋ ਗਿਆ ਕਿ ਹੱਦ ਹੋ ਗਈ, ਤੇ ਮੇਰਾ ਨਾਮ ਹੀ ਜਾਣਦਾ ਹੈ। ਉਸਨੇ ਕਿਹਾ ਸਿਕੰਦਰ ਕਿੱਧਰ ਜਾ ਰਿਹਾ ਹੈ। ਕਹਿਣ ਲੱਗਾ ਮੈਂ ਦੁਨੀਆ ਨੂੰ ਫਤਿਹ ਕਰਨ ਵਾਸਤੇ ਤੁਰਿਆ। ਕਹਿਣ ਲੱਗਾ ਫਿਰ ਕੀ ਕਰੇਂਗਾ। ਕਹਿੰਦਾ ਜਦੋਂ ਮੈਂ ਸਾਰੀ ਦੁਨੀਆ ਨੂੰ ਫਤਿਹ ਕਰ ਲਿਆ ਨਾ ਉਸ ਤੋਂ ਬਾਅਦ ਫਿਰ ਮੈਂ ਆਰਾਮ ਕਰਾਂਗਾ। ਤੇ ਕਹਿਣ ਲੱਗਾ ਫਿਰ ਕੀ ਫਾਇਦਾ ਹੋਇਆ ਤੈਨੂੰ ਏਡੀ ਭੱਜ ਦੌੜ ਕਰਨ ਦਾ, ਇੰਨਾ ਕੁਝ ਕਰਨ ਦੇ ਬਾਵਜੂਦ ਫਿਰ ਵੀ ਆਰਾਮ ਹੀ ਕਰਨਾ ਹੀ, ਤੇਰੇ ਨਾਲੋਂ ਤੇ ਮੈਂ ਚੰਗਾ। ਵੇਖ ਮੈਂ ਕੁਝ ਵੀ ਨਹੀਂ ਕੀਤਾ, ਮੈਂ ਫਿਰ ਵੀ ਆਰਾਮ ਕਰੀ ਜਾ ਰਿਹਾ, ਮੈਂ ਚੈਨ ਨਾਲ ਬੈਠਾ, ਪਰ ਤੇਰੇ ਕੋਲ ਚੈਨ ਫਿਰ ਵੀ ਨਹੀਂ, ਤੈਨੂੰ ਤ੍ਰਿਪਤੀ ਫਿਰ ਵੀ ਨਹੀਂ ਮਿਲਣੀ। ਔਰ ਐਸਾ ਹੀ ਹੋਇਆ, ਬੰਗਾਲ ਦੀ ਖਾੜੀ ਵਿੱਚ ਜਾ ਕੇ ਚਲਾਣਾ ਕਰ ਗਿਆ, ਅਰਬ ਦੀ ਖਾੜੀ ਵਿੱਚ ਨਹੀਂ ਤ੍ਰਿਪਤੀ ਮਿਲ ਸਕੀ। ਸੁੱਖ ਜਿਹੜਾ ਇਹ ਕੇਵਲ ਤੇ ਕੇਵਲ ਨਾਮ ਵਿੱਚ ਸੀ, ਪਰ ਮਨੁੱਖ ਨੇ ਮਨ ਦੇ ਨੇੜੇ ਗਿਆ ਹੀ ਨਹੀਂ। ਪਰਮਾਤਮਾ ਅੰਦਰੋਂ ਮਿਲਣਾ ਸੀ, ਇਹ ਮਨ ਵਾਲੇ ਪਾਸੇ ਤੇ ਤੁਰਿਆ ਹੀ ਨਹੀਂ। ਇਹ ਕੇਵਲ ਅੱਖਾਂ ਤੋਂ ਵਾਸ਼ਨਾਵਾਂ ਤੋਂ ਕੰਮ ਲੈਂਦਾ ਰਿਹਾ। 83% ਵਾਸ਼ਨਾਵਾਂ ਅੱਖਾਂ ਦੇ ਰਾਹੀਂ ਮਨੁੱਖ ਦੇ ਅੰਦਰ ਪ੍ਰਵੇਸ਼ ਕਰਦੀਆਂ ਨੇ। ਤੇ ਸਿਆਣੇ ਕਹਿੰਦੇ ਨੇ ਕਿ ਇਹ ਜਿਹੜੀਆਂ ਅੱਖਾਂ ਨੇ ਨਾ ਇਹਨਾਂ ਨੂੰ ਕਿਹਾ ਗਿਆ ਲੋਚਨ, ਲੋਚਨ ਕਿਹਾ ਗਿਆ ਅੱਖਾਂ ਨੂੰ। ਤੇ ਜੇ ਕਿਤੇ ਇਹ ਦ੍ਰਿਸ਼ਟੀ ਕਿਸੇ ਦੇ ਰੂਪ ਤੇ ਟਿਕ ਜਾਏ, ਜੇ ਕਿਤੇ ਮਾਇਆ ਤੇ ਟਿਕ ਗਈ ਤੇ ਕਹਿ ਦਿੱਤਾ ਗਿਆ ਲੋਚਾ, ਪਰ ਜੇ ਕਿਸੇ ਦੇ ਰੂਪ ਤੇ ਟਿਕ ਗਈ ਦ੍ਰਿਸ਼ਟੀ ਤੇ ਕਹਿ ਦਿੱਤਾ ਗਿਆ ਲੁੱਚਾ। ਪੰਜਾਬੀ ਦਾ ਸ਼ਬਦ ਹੈ ਲੁੱਚਾ। ਇਹ ਕਿਰਦਾਰਹੀਨ ਹੈ, ਪਰ ਮਨੁੱਖ ਮਨ ਦੇ ਨੇੜੇ ਨਹੀਂ ਗਿਆ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਉ ਨਿਧ ਪਾਈ। ਜਿਸ ਨੇ ਮਨ ਨੂੰ ਖੋਜਿਆ ਤੇ ਅੰਦਰੋਂ ਨਾਮ ਮਿਲੇਗਾ, ਨੌ ਨਿਧੀਆਂ ਖਜ਼ਾਨੇ ਮਿਲਣਗੇ। ਪਰ ਇਹ ਕੇਵਲ ਤੇ ਕੇਵਲ ਬਾਹਰ ਲੱਭਦਾ ਰਿਹਾ, ਮਨ ਦੇ ਨੇੜੇ ਨਹੀਂ ਆਇਆ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ।
ਇਸ ਮਨ ਨੂੰ ਖੋਜਣਾ ਸੀ। ਬੰਦੇ ਖੋਜ ਦਿਲ ਹਰ ਰੋਜ਼, ਕਹਿੰਦੇ ਨੇ ਜੇ ਕਿਤੇ ਇਸ ਮਨ ਨੂੰ ਖੋਜ ਲਵੇਂ ਤੇ ਤੇਰੀ ਸਾਰੇ ਪਰੇਸ਼ਾਨੀ ਮੁੱਕ ਜਾਏ। ਕਿਉਂ? ਕਿਉਂਕਿ ਜਿਹੜਾ ਸੁੱਖਾਂ ਦਾ ਦਾਤਾ ਹੈ ਉਹ ਅੰਦਰ ਬੈਠਾ ਹੀ, ਜਿਹਨੂੰ ਤੂੰ ਬਾਹਰ ਲੱਭਦਾ ਫਿਰਨਾ। ਹੁਣ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾਇ ਲੇਪਾ, ਤੂੰ ਹੀ ਸੰਗ ਸਮਾਈ। ਕਹਿੰਦੇ ਨੇ ਜਿਹੜਾ ਸਾਰੇ ਥਾਵਾਂ ਤੇ ਵਿਆਪਕ ਹੈ, ਸਰਬ ਨਿਵਾਸੀ, ਤੇ ਕਮਾਲ ਦੀ ਗੱਲ ਇਹ ਹੈ ਵੀ ਸਾਰੇ ਥਾਵਾਂ ਤੇ ਹੈ, ਪਰ ਸਦਾ ਅਲੇਪਾ, ਅਲੇਪ ਵੀ ਹੈ, ਉਸ ਨੂੰ ਲੇਪ ਵੀ ਕੋਈ ਨਹੀਂ। ਤੂੰ ਹੀ ਸੰਗ ਸਮਾਈ, ਉਹ ਹੈ ਵੀ ਤੇਰੇ ਨੇੜੇ ਹੈ, ਪਰ ਕਿਵੇਂ ਨੇੜੇ ਹੈ? ਸਾਹਿਬ ਜੀ ਕਹਿੰਦੇ ਨੇ ਪੋਹਪ ਮਦ ਜਿਉਂ ਬਾਸ ਬਸਤ ਹੈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਫੁੱਲ ਦੇ ਵਿੱਚ ਹੀ ਹੈ, ਭਾਵੇਂ ਨਜ਼ਰ ਨਹੀਂ ਆਉਂਦੀ ਪਰ ਹੈ ਵਿੱਚ ਹੈ ਸੁਗੰਧੀ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਏ ਜੈਸੇ ਸ਼ਾਈ। ਸ਼ੀਸ਼ੇ ਦੇ ਵਿੱਚ ਜਿਵੇਂ ਤੇਰੀ ਪਰਛਾਈ ਹੈ, ਤੈਸੇ ਹੀ ਹਰ ਵਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਕਹਿੰਦੇ ਨੇ ਇਸ ਤਰ੍ਹਾਂ ਪਰਮਾਤਮਾ ਤੇਰੇ ਅੰਦਰ ਹੈ, ਪਰ ਅੰਦਰਮੁਖੀ ਨਹੀਂ ਹੁੰਦਾ। ਜਿਹੜੀ ਔਰੰਗਜ਼ੇਬ ਦੀ ਬੇਟੀ ਸੀ ਨਾ, ਜੇਬੁਲ ਨਿਸਾ, ਇਹਦੀ ਔਰੰਗਜ਼ੇਬ ਨੇ ਸ਼ਾਦੀ ਨਹੀਂ ਸੀ ਕੀਤੀ। 37-38 ਸਾਲ ਦੀ ਹੋ ਗਈ, ਸ਼ਾਦੀ ਨਹੀਂ ਕੀਤੀ। ਕਹਿੰਦੇ ਨੇ ਇੱਕ ਦਿਨ ਕੋਈ ਵਪਾਰੀ ਆਇਆ ਚਾਈਨਾ ਤੋਂ, ਔਰੰਗਜ਼ੇਬ ਦਾ ਰਾਜ ਹੈ, ਉਹ ਚੀਨ ਤੋਂ ਆਇਆ ਚੀਨੀ ਸਮਾਨ ਲੈ ਕੇ। ਅੱਜ ਵੀ ਜਿਹੜੇ ਆ ਕੱਚ ਦੇ ਕੁਝ ਬਰਤਨ ਨੇ ਨਾ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਚੀਨੀ ਭਾਂਡੇ, ਇਹ ਚਾਈਨਾ ਦੇ ਬਣੇ ਹੋਏ ਨੇ। ਵਾਈਟ ਸ਼ੂਗਰ, ਇਹ ਵੀ ਚਾਈਨਾ ਤੋਂ ਆਈ ਸੀ, ਜਿਹਨੂੰ ਨਾਂ ਚੀਨੀ ਦਿੱਤਾ ਗਿਆ, ਖੰਡ ਜਿਹਨੂੰ ਕਹਿੰਦੇ ਆ, ਇਹ ਵੀ ਉੱਥੋਂ ਬਣ ਕੇ ਆਈ। ਤੋ ਕਹਿੰਦੇ ਨੇ ਕਿ ਇਹ ਵਪਾਰੀ ਆਇਆ, ਇਹਨੇ 100 ਖੱਚਰਾਂ ਤੇ ਆਪਣਾ ਸਮਾਨ ਲੱਦਿਆ। ਇਸ ਨੇ ਇਸ ਦੇਸ਼ ਵਿੱਚ ਵੇਚਣਾ ਸੀ ਤੇ ਇਜਾਜ਼ਤ ਲੈਣੀ ਹੈ ਰਾਜੇ ਦੀ। ਸਭ ਤੋਂ ਪਹਿਲਾਂ ਰਾਜੇ ਕੋਲ ਆਇਆ, ਔਰੰਗਜ਼ੇਬ ਕੋਲ, ਤੇ ਇਸ ਨੇ ਆ ਕੇ ਉਹਦੇ ਕੋਲੋਂ ਇਜਾਜ਼ਤ ਮੰਗੀ ਤੇ ਤੋਹਫੇ ਵਜੋਂ ਇੱਕ ਬੜਾ ਕੀਮਤੀ ਸ਼ੀਸ਼ਾ ਭੇਟਾ ਕੀਤਾ। ਜੇਬੁਲ ਨਿਸਾ, ਜਿਹੜੀ ਕਿ ਕਈ ਸਾਲਾਂ ਤੋਂ ਆਪਣੇ ਕਮਰੇ ਵਿੱਚ ਤਸਬੀਹ ਲੈ ਕੇ ਅੱਲਾਹੂ ਅੱਲਾਹੂ ਦਾ ਜਾਪ ਕਰਦੀ ਹੈ, ਹਰ ਵੇਲੇ ਜੁੜੀ ਹੈ ਉਸ ਖੁਦਾ ਦੇ ਨਾਲ, ਹਰ ਵੇਲੇ ਉਹਦੀ ਇਬਾਦਤ ਕਰਦੀ ਹੈ, ਕੁਰਾਨ ਦੀ ਤਲਾਵਤ ਕਰਦੀ ਹੈ। ਕਹਿੰਦੇ ਨੇ ਔਰੰਗਜ਼ੇਬ ਨੇ ਜਦੋਂ ਸ਼ੀਸ਼ਾ ਵੇਖਿਆ ਤੇ ਅਹਿਲਕਾਰਾਂ ਨੂੰ ਕਹਿ ਦਿੱਤਾ ਕਿ ਇਹ ਜੇਬੁਲ ਨਿਸਾ ਦੇ ਕਮਰੇ ਵਿੱਚ ਭੇਜ ਦਿਓ। ਅੱਜ ਜੇਬੁਲ ਨਿਸਾ ਨੇ ਜਦੋਂ ਇਸ ਸ਼ੀਸ਼ੇ ਨੂੰ ਵੇਖਿਆ ਤੇ ਇਸ ਨੂੰ ਆਪਣੀ ਸੁੰਦਰਤਾ ਨਜ਼ਰ ਆਈ। ਹੁਣ ਖਿਆਲ ਕਰਿਓ, ਜਦੋਂ ਇਸ ਨੂੰ ਆਪਣੀ ਸੁੰਦਰਤਾ ਨਜ਼ਰ ਆਈ ਨਾ, ਤੇ ਇਹ ਆਪਣੇ ਆਪ ਤੇ ਹੀ ਮੋਹਿਤ ਹੋ ਗਈ। ਆਪਣਾ ਚਿਹਰਾ ਹੀ ਇੰਨਾ ਪਿਆਰਾ ਲੱਗਿਆ, ਤੇ ਜਿਹੜੀ ਚੀਜ਼ ਬੰਦੇ ਨੂੰ ਪਿਆਰੀ ਲੱਗਦੀ ਹੈ ਨਾ ਜੀ, ਫਿਰ ਮਨ ਕਰਦਾ ਮੈਂ ਇਹਨੂੰ ਬਾਰ-ਬਾਰ ਵੇਖਦਾ ਰਵਾਂ। ਹੁਣ ਕਈ ਘੰਟੇ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਆਪ ਨੂੰ ਨਿਹਾਰਦੀ ਹੈ, ਆਪਣੇ ਆਪ ਨੂੰ ਵੇਖਦੀ ਰਹਿੰਦੀ ਹੈ। ਪਰ ਹੁਣ ਤਸਬੀਹ ਭੁੱਲ ਗਈ, ਹੁਣ ਖੁਦਾ ਭੁੱਲ ਗਿਆ, ਕੁਰਾਨ ਦੀ ਤਲਾਵਤ ਵੀ ਭੁੱਲ ਗਈ। ਬਹੁਤਾ ਘੱਟ ਸਮਾਂ ਜਿਹੜਾ ਹੈ, ਘੱਟ ਸਮਾਂ ਉਹ ਖੁਦਾ ਵਾਲੇ ਪਾਸੇ ਤੇ ਜ਼ਿਆਦਾ ਸਮਾਂ ਉਹ ਸ਼ੀਸ਼ੇ ਅੱਗੇ ਖਲੋ ਕੇ ਗੁਜ਼ਾਰਦੀ ਹੈ। ਇੱਕ ਦਿਨ ਬਾਹਰ ਬਾਗ ਵਿੱਚ ਬੈਠੀ ਹੈ ਤੇ ਗੋਲੀ ਨੂੰ ਆਵਾਜ਼ ਮਾਰੀ, ਕਹਿਣ ਲੱਗੀ ਉਹ ਜਿਹੜਾ ਚਾਈਨਾ ਤੋਂ ਆਇਆ ਹੋਇਆ ਸ਼ੀਸ਼ਾ ਹੈ ਉਹ ਲੈ ਕੇ ਆ, ਮੈਂ ਵੇਖਣਾ ਚਾਹੁੰਦੀ ਹਾਂ ਇਹਨਾਂ ਫੁੱਲਾਂ ਦੇ ਸਾਹਮਣੇ ਖਲੋ ਕੇ ਕਿ ਇਹ ਫੁੱਲ ਜ਼ਿਆਦਾ ਸੁੰਦਰ ਨੇ ਕਿ ਮੇਰਾ ਚਿਹਰਾ ਜ਼ਿਆਦਾ ਸੁੰਦਰ ਹੈ। ਉਸ ਸ਼ੀਸ਼ੇ ਨੂੰ ਲੈ ਕੇ ਆ। ਕਹਿੰਦੇ ਨੇ ਜਦੋਂ ਉਹ ਗੋਲੀ ਗਈ, ਦੌੜਦੀ ਹੋਈ ਜਾ ਕੇ ਉਸਨੇ ਸ਼ੀਸ਼ਾ ਚੁੱਕਿਆ ਤੇ ਸ਼ੀਸ਼ਾ ਭਾਰਾ ਸੀ
ਲੈ ਕੇ ਚੱਲੀ, ਪੈਰ ਨੂੰ ਠੋਕਰ ਵੱਜੀ, ਸ਼ੀਸ਼ਾ ਫਰਸ਼ ਤੇ ਡਿੱਗਿਆ ਤੇ ਚਕਨਾਚੂਰ ਹੋ ਗਿਆ। ਅੱਜ ਪਹਿਲੀ ਵਾਰੀ ਉੱਚੀ ਆਵਾਜ਼ ਮਾਰ ਕੇ ਜੇਬਲ ਨਿਸਾ ਨੇ ਕਿਹਾ, ਕਹਿਣ ਲੱਗੀ ਕਿ ਸ਼ੀਸ਼ਾ ਕਿਉਂ ਨਹੀਂ ਲੈ ਕੇ ਆਈ? ਉਸਨੇ ਕਿਹਾ, ਅੱਜ ਕਜ਼ਾ ਆਇਨਾ ਚੀਨੀ ਚਿਕਸਤ। ਉਹ ਕਹਿਣ ਲੱਗੀ ਕਿ ਅੱਜ ਮੇਰੀ ਮੌਤ ਆਈ ਹੈ, ਕਿਉਂਕਿ ਸਮਝ ਗਈ ਕਿ ਮੇਰੇ ਕੋਲ ਬਹੁਤ ਵੱਡਾ ਨੁਕਸਾਨ ਹੋ ਗਿਆ। ਕਹਿਣ ਲੱਗੀ ਅੱਜ ਮੇਰੀ ਮੌਤ ਆਈ ਹੈ। ਉਸਨੇ ਕਿਹਾ ਕਿਉਂ? ਕਹਿਣ ਲੱਗੀ ਸ਼ੀਸ਼ਾ ਮੇਰੇ ਹੱਥੋਂ ਡਿੱਗ ਕੇ ਟੁੱਟ ਗਿਆ, ਅੱਜ ਮੇਰੀ ਮੌਤ ਆਈ ਹੈ। ਤੇ ਉਸ ਵੇਲੇ ਜੇਬਲ ਨਿਸਾ ਨੇ ਜਿਹੜਾ ਅੱਗੋਂ ਇੱਕ ਫਿਕਰਾ ਕਿਹਾ ਨਾ, ਕਹਿਣ ਲੱਗੀ ਖੂਬ ਜਸਤ ਸਮਾਨ ਖੁਦ ਬਿਰਤੀ ਚਿਕਸਤ। ਕਹਿਣ ਲੱਗੀ ਚੰਗਾ ਹੋਇਆ ਇਹ ਜਿਹੜਾ ਸਮਾਨ ਸੀ ਆਪੇ ਹੀ ਟੁੱਟ ਗਿਆ, ਜਿਨਨੇ ਮੈਨੂੰ ਖੁਦਾ ਤੋਂ ਦੂਰ ਕੀਤਾ ਸੀ। ਹੁਣ ਮੈਂ ਆਪਣੇ ਅੰਦਰ ਝਾਤੀ ਮਾਰਾਂਗੀ, ਮੈਂ ਅੰਦਰੋਂ ਖੁਦਾ ਨੂੰ ਵੇਖਾਂਗੀ। ਮੈਂ ਤੇ ਸ਼ੀਸ਼ੇ ਵਿੱਚੋਂ ਆਪਣਾ ਆਪ ਹੀ ਵੇਖਦੀ ਰਹੀ, ਆਪਣਾ ਚਿਹਰਾ ਹੀ ਵੇਖਦੀ ਰਹੀ, ਪਰ ਮਨ ਅੰਦਰ ਕਦੇ ਹੁਣ ਝਾਤੀ ਨਹੀਂ ਸੀ ਮਾਰੀ। ਚੰਗਾ ਹੋਇਆ ਇਹ ਸ਼ੀਸ਼ਾ ਟੁੱਟ ਗਿਆ, ਹੁਣ ਖੁਦਾ ਦੇ ਨਾਲ ਮੇਲ ਹੋਵੇਗਾ। ਬੰਦਾ ਆਪਣੇ ਆਪ ਨੂੰ ਨਹੀਂ ਵੇਖਦਾ, ਅੰਦਰ ਨੂੰ ਨਹੀਂ ਵੇਖਦਾ, ਕੇਵਲ ਬਾਹਰ ਢੂੰਡਦਾ ਰਹਿੰਦਾ, ਬਾਹਰ ਲੱਭਦਾ ਰਹਿੰਦਾ। ਤੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ ਕਬੀਰ ਸਾਹਿਬ, ਉਹ ਕਹਿੰਦੇ ਨੇ ਨਹੀਂ ਪਿਆਰਿਆ, ਅੰਦਰ ਨੂੰ ਵੇਖ। ਜੇ ਕਿਤੇ ਤੂੰ ਅੰਦਰ ਨੂੰ ਵੇਖ ਲੈ ਤੇ ਤੇਰੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਹ ਭਗਤਾਂ ਦੀ ਬਾਣੀ ਇੱਥੋਂ ਸ਼ੁਰੂ ਹੁੰਦੀ ਹੈ ਤੇ ਸਤਿਗੁਰੂ ਜੀ ਨੇ ਦੇਖੋ ਉਹ ਭਗਤ ਜਿਨ੍ਹਾਂ ਨੂੰ ਸਮਾਜ ਵਿੱਚ ਸਮਾਜ ਨੇ ਸਨਮਾਨ ਨਾ ਦਿੱਤਾ, ਜਿਨ੍ਹਾਂ ਨੂੰ ਮੰਦਰਾਂ ਵਿੱਚ ਨਹੀਂ ਸੀ ਬਹਿਣ ਦਿੱਤਾ ਜਾਂਦਾ। ਕਬੀਰ ਜੀ ਨੂੰ ਵੀ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਸੁੱਟ ਦਿੱਤਾ ਗਿਆ ਸੀ। ਭਗਤ ਨਾਮਦੇਵ ਜੀ ਨੂੰ ਵੀ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਸੀ। ਸਤਿਕਾਰਿਆ ਨਹੀਂ ਜਾਂਦਾ ਤੇ ਸਤਿਗੁਰੂ ਜੀ ਨੇ ਇੰਨੀ ਮਹਾਨ ਕਿਰਪਾ ਕਰ ਦਿੱਤੀ, ਜਿਨ੍ਹਾਂ ਨੂੰ ਮੰਦਰਾਂ 'ਚ ਨਹੀਂ ਸਨ ਵੜਨ ਦਿੰਦੇ, ਉਹਨਾਂ ਨੂੰ ਲਿਆ ਕੇ ਹਰੀ ਮੰਦਰ ਵਿੱਚ ਬਿਠਾ ਦਿੱਤਾ। ਇੰਨੀ ਕਿਰਪਾ। ਤੇ ਗੁਰੂ ਸਵਾਰਿਓ, ਫਿਰ ਸਤਿਕਾਰ ਕਿੰਨਾ? ਤੁਸੀਂ ਗੁਰੂ ਸਾਹਿਬਾਨ ਦੀ ਬਾਣੀ ਜਦੋਂ ਪੜ੍ਹਦੇ ਹੋ ਤੇ ਲਿਖਿਆ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਪਰ ਇੱਥੇ ਕਿੰਨਾ ਸਤਿਕਾਰ ਦਿੱਤਾ ਗਿਆ। ਬਾਣੀ ਭਗਤ ਕਬੀਰ ਜੀ ਕੀ, ਸਾਰਿਆਂ ਦੇ ਨਾਲ ਜੀ ਸ਼ਬਦ ਲਾਇਆ, ਇੰਨਾ ਸਨਮਾਨ ਹੈ। ਅੱਗੇ ਮੰਗਲ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਹ ਅਦੁੱਤੀ ਹੈ, ਪਰ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਦੁਆਰਾ। ਸਤਿਗੁਰ ਪ੍ਰਸਾਦ, ਪ੍ਰਸਾਦ ਕਹਿੰਦੇ ਨੇ ਬਖਸ਼ਿਸ਼ ਨੂੰ। ਗੁਰੂ ਦੀ ਬਖਸ਼ਿਸ਼ ਦੁਆਰਾ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਮਨੁੱਖ ਚਾਹੁੰਦਾ ਹੈ ਕਿ ਮੇਰੇ ਅੰਦਰ ਸ਼ਾਂਤੀ ਹੋਵੇ, ਮੈਨੂੰ ਤ੍ਰਿਪਤੀ ਮਿਲ ਜਾਏ, ਪਰ ਜਿੱਥੋਂ ਮਿਲਣੀ ਸੀ ਉਹਦੇ ਨਾਲ ਜੁੜਦਾ ਨਹੀਂ। ਵੇਦਾਂ ਕਤੇਬਾਂ ਦੇ ਹਵਾਲੇ ਬੜੇ ਦਿੰਦਾ ਹੈ। 4 ਵੇਦ ਨੇ ਤੇ 4 ਹੀ ਪੱਛਮ ਦੇ ਜਿਹੜੀਆਂ ਇਹ ਧਰਮ ਪੁਸਤਕਾਂ ਨੇ, ਜਿਨ੍ਹਾਂ ਦੇ ਵਿੱਚ ਕੁਰਾਨ ਹੈ, ਅੰਜੀਲ ਹੈ, ਤੌਰੇਤ ਹੈ, ਜੰਬੂਰ ਹੈ।
ਇਹਨਾਂ ਦੇ ਹਵਾਲੇ ਦੇ ਦੇ ਕੇ ਇਫਤਰਾ ਦਾ ਅਰਥ ਹੁੰਦਾ ਹੈ ਵੀ ਜਿਹੜੀ ਗੱਲ ਅਸਲੀਅਤ ਤੋਂ ਬਹੁਤ ਅੱਗੇ ਜਾ ਕੇ ਕਰਨੀ, ਵਧਾ ਕੇ ਗੱਲ ਕਰਨੀ, ਆਪਣੇ ਆਪ ਨੂੰ ਠੀਕ ਸਾਬਤ ਕਰਨ ਵਾਸਤੇ ਮਨੁੱਖ ਬੜੀਆਂ ਵਧਾ ਕੇ ਗੱਲਾਂ ਕਰਦਾ, ਕਈ ਉਦਾਹਰਨਾਂ ਦਿੰਦਾ, ਪਰ ਕਹਿੰਦੇ ਨੇ ਇਹਦੇ ਨਾਲ ਤੁਸੀਂ ਦੂਜੇ ਤੇ ਪ੍ਰਭਾਵ ਤੇ ਪਾ ਸਕਦੇ ਹੋ, ਪਰ ਅੰਦਰ ਦਾ ਭਰਮ ਨਹੀਂ ਜਾਣਾ, ਕਿਉਂਕਿ ਅੰਦਰ ਦਾ ਤੇ ਮਨੁੱਖ ਨੂੰ ਪਤਾ ਹੈ ਨਾ, ਅੰਦਰ ਦੀ ਚਿੰਤਾ ਲੱਗੀ ਹੈ। ਹੁਣ ਬੰਦਾ ਕੋਈ ਉਦਾਹਰਨਾਂ ਕਈ ਗ੍ਰੰਥਾਂ ਦੀਆਂ ਦੇਈ ਜਾਏ, ਦੂਜਿਆਂ ਨੂੰ ਸਮਝਾਈ ਜਾਏ, ਪਰ ਜੇ ਆਪਣੇ ਪੱਲੇ ਹੀ ਕੁਛ ਨਹੀਂ, ਆਪਣੇ ਅੰਦਰ ਹੈ ਹੀ ਕੁਛ ਨਹੀਂ, ਤੇ ਅੰਦਰੋਂ ਤੇ ਮਨ ਡਰਦਾ ਨਾ ਕਿ ਮਨਾਂ ਲੋਕਾਂ ਦੀਆਂ ਅੱਖਾਂ 'ਚ ਤੇ ਘੱਟਾ ਪਾਈ ਜਾਂਦਾ, ਪਰ ਤੇਰੇ ਪੱਲੇ ਤੇ ਆਪਣੇ ਕੁਝ ਨਹੀਂ। ਅੰਦਰ ਦਾ ਫਿਕਰ, ਅੰਦਰ ਦਾ ਭਰਮ ਨਹੀਂ ਜਾ ਸਕਦਾ ਹੈ। ਟੁਕ ਦਮ ਕਰਾਰੀ ਜੋ ਕਰਹੁ, ਹਾਜ਼ਰ ਹਜੂਰ ਖੁਦਾਏ। ਟੁਕ ਦਮ ਕਰਾਰੀ ਜੋ ਕਰੋ, ਕਹਿੰਦੇ ਨੇ ਕਿ ਜੇ ਕਿਤੇ ਤੂੰ ਇੱਕ ਪਲ ਵਾਸਤੇ ਵੀ ਇਹਨਾਂ ਫੁਰਨਿਆਂ ਨੂੰ ਰੋਕ ਲਵੇਂ ਤੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਹੈ ਹਜੂਰ ਕਤ ਦੂਰ ਬਤਾਵੋ, ਕਿਉਂ ਕਹਿੰਦੇ ਹੋ ਪਰਮਾਤਮਾ ਦੂਰ ਹੈ? ਉਹ ਤੇ ਤੁਹਾਡੇ ਬਹੁਤ ਨੇੜੇ ਹੈ, ਪਰ ਫਿਰ ਮਿਲਦਾ ਕਿਉਂ ਨਹੀਂ? ਕਹਿੰਦੇ ਨੇ ਦੁੰਦਰ ਬੰਧੋ ਸੁੰਦਰ ਪਾਵੋ। ਇਹ ਜਿਹੜੇ ਫੁਰਨੇ ਨੇ ਨਾ ਮਨ ਦੇ, ਬਸ ਇਹਨਾਂ ਨੂੰ ਕਿਸੇ ਤਰ੍ਹਾਂ ਰੋਕ ਲਓ। ਜਿਸ ਦਿਨ ਇਹ ਮਨ ਦੇ ਫੁਰਨੇ ਰੁਕ ਗਏ, ਮਨ ਟਿਕਾਓ ਵਿੱਚ ਆ ਗਿਆ, ਬਸ ਉਸੇ ਦਿਨ ਪ੍ਰਾਪਤੀ ਹੋ ਜਾਏਗੀ। ਇਸ ਮਨ ਨੂੰ ਟਿਕਾਣਾ ਹੈ, ਮਨ ਦੇ ਫੁਰਨਿਆਂ ਨੂੰ ਰੋਕਣਾ ਹੈ, ਕਿਤੇ ਉਹ ਪਰਮਾਤਮਾ ਮਿਲ ਜਾਏ। ਔਰ ਸਤਿਗੁਰੂ ਜੀ ਤੇ ਇੱਥੋਂ ਤੱਕ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਕਹਿੰਦੇ ਨੇ ਜੇ ਕਿਤੇ ਇੱਕ ਛਿਨ ਵਾਸਤੇ ਵੀ ਕੋਈ ਇੱਕ ਚਿੱਤ ਹੋ ਗਿਆ, ਤੇ ਇੱਕ ਚਿੱਤ ਕਦੋਂ ਹੁੰਦਾ? ਜਦੋਂ ਮਨ ਦੇ ਫੁਰਨੇ ਰੁਕ ਜਾਣ। ਕਿਤੇ ਇੱਕ ਛਿਨ ਵਾਸਤੇ ਵੀ ਬੰਦਾ ਇੱਕ ਚਿੱਤ ਹੋ ਗਿਆ ਨਾ, ਤੇ ਫਿਰ ਕਹਿੰਦੇ ਨੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਕ ਵਾਰੀ ਮੈਨੂੰ ਇੱਕ ਨੇ ਕਹਿ ਦਿੱਤਾ, ਕਹਿਣ ਲੱਗੇ ਗਿਆਨੀ ਜੀ, ਇੱਕ ਛਿਨ ਵਾਸਤੇ ਤੇ ਬੰਦਾ ਇੱਕ ਚਿੱਤ ਹੋ ਹੀ ਜਾਂਦਾ, ਕੋਈ ਬਹੁਤੀ ਵੱਡੀ ਗੱਲ ਤੇ ਨਹੀਂ, ਬਹੁਤਾ ਸਮਾਂ ਨਾ ਸਹੀ, ਇੱਕ ਛਿਨ ਵਾਸਤੇ ਤੇ ਇੱਕ ਚਿੱਤ ਹੋ ਹੀ ਜਾਂਦਾ। ਮੈਂ ਕਿਹਾ ਪਿਆਰਿਆ, ਇੱਕ ਛਿਨ ਵਾਸਤੇ ਜਿਹੜਾ ਇੱਕ ਚਿੱਤ ਹੋ ਗਿਆ ਨਾ, ਉਹ ਮੁੜ ਕੇ ਸਾਰੀ ਜ਼ਿੰਦਗੀ ਦੋ ਚਿੱਤਾ ਨਹੀਂ ਹੁੰਦਾ। ਤੇ ਜੇ ਫਿਰ ਦੋ ਚਿੱਤਾ ਹੋ ਗਿਆ, ਤੇ ਫਿਰ ਸਮਝ ਲੈ ਕਿ ਜੇ ਭਰਮ ਹੀ ਪਿਆ, ਇੱਕ ਚਿੱਤ ਹੋਇਆ ਹੀ ਕੋਈ ਨਹੀਂ। ਜਿਸ ਨੂੰ ਇੱਕ ਵਾਰੀ ਆਨੰਦ ਆ ਗਿਆ ਨਾ ਜੀ, ਉਹ ਆਨੰਦ ਕਦੇ ਜਾਂਦਾ ਨਹੀਂ ਜੇ। ਪਰ ਜੇ ਸਾਡੇ ਵਾਲਾ ਆਨੰਦ ਹੋਵੇ ਕਿ ਚਾਰ ਕੁ ਪ੍ਰਸ਼ਾਦੇ ਛਕ ਲਏ ਤੇ ਕਹਿ ਦਿੱਤਾ ਜੀ ਆਨੰਦ ਆ ਗਿਆ, ਤੇ ਦੁਪਹਿਰ ਨੂੰ ਫਿਰ ਰਸੋਈ ਵਾਲੇ ਪਾਸੇ ਵੇਖੀ ਜਾਣਾ, ਇਹਦਾ ਮਤਲਬ ਆਨੰਦ ਆਇਆ ਨਹੀਂ, ਭਰਮ ਹੈ। ਜਿਨ੍ਹਾਂ ਨੂੰ ਆਨੰਦ ਆ ਗਿਆ ਨਾ, ਉਹ ਤੇ ਮੌਤ ਤੋਂ ਵੀ ਨਹੀਂ ਡਰਦੇ, ਉਹਨਾਂ ਨੂੰ ਤੇ ਮੌਤ ਵੇਖ ਕੇ ਵੀ ਆਨੰਦ ਹੀ ਆਉਂਦਾ। ਉਹਨਾਂ ਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਮਨ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮ ਆਨੰਦ। ਕਹਿੰਦੇ ਨੇ ਕਿ ਉਸ ਮਰਨ ਵਿੱਚੋਂ ਵੀ ਆਨੰਦ ਮਿਲਦਾ। ਜਿਸ ਤੋਂ ਜੱਗ ਸਾਰਾ ਡਰਦਾ ਫਿਰਦਾ ਨਾ, ਜਦੋਂ ਇੱਕ ਵਾਰੀ ਆਨੰਦ ਆ ਗਿਆ ਤੇ ਫਿਰ ਮੌਤ ਦਾ ਭੈ ਨਹੀਂ ਜੇ ਰਹਿ ਜਾਂਦਾ। ਮੌਤ ਦਾ ਭੈ, ਬੰਦੇ ਨੂੰ ਮੌਤ ਦਾ ਭੈ ਹੀ ਸਤਾਉਂਦਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ, ਅਸੀਂ ਹੁਣੇ ਵਿਸਾਖੀ ਦਾ ਪੁਰਬ ਮਨਾ ਕੇ ਹਟੇ ਹਾਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਮਹਾਨ ਬਖਸ਼ਿਸ਼ ਪਤਾ ਕੀ ਕੀਤੀ ਮਨੁੱਖ ਤੇ? ਸਤਿਗੁਰੂ ਜੀ ਨੇ ਅੰਦਰੋਂ ਮੌਤ ਦਾ ਭੈ ਖਤਮ ਕਰ ਦਿੱਤਾ, ਮੌਤ ਦਾ ਡਰ ਖਤਮ ਕਰ ਦਿੱਤਾ ਮੇਰੇ ਸਤਿਗੁਰੂ ਜੀ ਨੇ। ਬੰਦਾ ਡਰਦਾ ਕਿਹਦੇ ਤੋਂ ਹੈ? ਮੌਤ ਤੋਂ। ਕਿਸੇ ਦੀ ਗੋਲੀ ਤੋਂ ਥੋੜ੍ਹਾ ਡਰਦਾ, ਗੋਲੀ ਤੋਂ ਹੋਣ ਵਾਲੀ ਮੌਤ ਦਾ ਹੀ ਤੇ ਡਰ ਹੈ, ਕਿਤੇ ਮੌਤ ਨਾ ਆ ਜਾਏ। ਕੋਈ ਲਾਠੀ ਤੋਂ ਨਹੀਂ ਡਰਦਾ, ਡਰ ਹੈ ਕਿਤੇ ਮੌਤ ਨਾ ਆ ਜਾਏ। ਤੇ ਪਾਤਸ਼ਾਹ ਜੀ ਉਹ ਇੱਕ ਮੰਗ ਮੰਗਦੇ ਨੇ, ਕਹਿੰਦੇ ਨੇ, ਆਪ ਹਾਥ ਦੇ ਮੁਝੇ ਉਭਰਿਐ, ਮਰਨ ਕਾਲ ਕਾ
ਤਰਾਸ ਨਿਵਾਰੀਏ। ਤਰਾਸ ਕਹਿੰਦੇ ਨੇ ਡਰ ਨੂੰ, ਕਹਿੰਦੇ ਨੇ ਮੌਤ ਤੇ ਆਵੇ, ਮੌਤ ਤੇ ਆਉਣੀ ਹੈ, ਜੇ ਜਨਮ ਹੈ ਤੇ ਫਿਰ ਮਰਨ ਵੀ ਹੋਵੇਗਾ। ਕਹਿੰਦੇ ਨੇ ਮੌਤ ਤੇ ਯਕੀਨਨ ਹੈ, ਪਰ ਹੇ ਵਾਹਿਗੁਰੂ ਕਿਰਪਾ ਕਰੀ ਇਸ ਗੱਲੋਂ ਹੱਥ ਦੇ ਕੇ ਰੱਖ ਲਈ ਕਿ ਮੌਤ ਦਾ ਡਰ ਨਾ ਆਵੇ, ਮੌਤ ਦਾ ਤਰਾਸ ਨਾ ਕਿਤੇ ਆਵੇ। ਤੇ ਜੇ ਮੌਤ ਦਾ ਡਰ ਹੀ ਨਹੀਂ ਤੇ ਫਿਰ ਆਨੰਦ ਬਣਿਆ ਰਹਿੰਦਾ, ਫਿਰ ਤੇ ਆਨੰਦ ਹੈ। ਹੁਣ ਸਤਿਗੁਰੂ ਜੀ ਨੇ ਅੰਦਰੋਂ ਮੌਤ ਦਾ ਤਰਾਸ ਖਤਮ ਕਰ ਦਿੱਤਾ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਵੇਖੋ ਕੇਵਲ ਆਖਿਆ ਨਹੀਂ, ਉਹਨੂੰ ਕਰਕੇ ਵਿਖਾਇਆ। ਉਹ ਅਦੀਬ ਕਹਿੰਦਾ ਕਿ ਤੁਰਨਾ ਹੋ ਗਿਆ ਮੁਸ਼ਕਲ ਮਨੁੱਖਤਾ ਲਈ, ਜਦੋਂ ਕੱਚ ਖਿਲਾਰਿਆ ਕੱਚਿਆਂ ਨੇ। ਦਿੱਤੇ ਹੱਕ ਇਨਸਾਫ ਨੂੰ ਬਹੁਤ ਗੋਤੇ, ਡੋਬ ਡੋਬ ਕੇ ਜ਼ੁਲਮ ਚ ਬੱਚਿਆਂ ਨੇ। ਜੋਸ਼ ਵਿੱਚ ਦਰਵੇਸ਼ਾਂ ਦਾ ਰੋਹ ਆਇਆ, ਝੂਠ ਤਾਈਂ ਵੰਗਾਰਿਆ ਸੱਚਿਆਂ ਨੇ। ਦੁਨੀਆ ਉੱਤੇ ਬਜ਼ੁਰਗ ਨਹੀਂ ਕਰ ਸਕੇ ਜੋ ਜੋ ਕੀਤੀ ਦਸ਼ਮੇਸ਼ ਦੇ ਬੱਚਿਆਂ ਨੇ। ਵੱਡੀਆਂ ਉਮਰਾਂ ਵਾਲੇ ਵੀ ਨਹੀਂ ਕਰ ਸਕੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਲਖਤੇ ਜਿਗਰ ਕਰ ਗਏ। ਉਹਦਾ ਕਾਰਨ ਕੀ ਸੀ ਕਿ ਮੌਤ ਦਾ ਭੈ ਹੀ ਖਤਮ ਕਰ ਦਿੱਤਾ, ਮੌਤ ਦਾ ਤਰਾਸ ਹੀ ਨਹੀਂ ਆਇਆ। ਤੇ ਸ਼ਾਇਰ ਕਹਿੰਦਾ, ਉਹ ਕਹਿੰਦੇ ਨੇ ਬਸਤੀ ਇੱਕ ਸਿਰ ਲੱਥਾਂ ਦੀ ਜਈ ਵਸੀ। ਇਹ ਜਿਹੜੀ ਸਿੱਖੀ ਹੈ ਨਾ ਜੀ, ਇੱਕ ਅਦੀਬ ਕਹਿੰਦਾ ਕਿ ਸਿੱਖੀ ਕੀ ਹੈ? ਇਹ ਸਿਰ ਲੱਥਾਂ ਦੀ ਬਸਤੀ ਹੈ, ਜਿਹਦਾ ਵਿਸ਼ਵਾਸ ਬਾਣੀ ਤੇ ਮਾਨੋ ਅੱਗ ਦੇ ਮੰਦਰ ਦੀ ਨੀਂਹ ਰੱਖੀਏ ਪਾਣੀ ਤੇ। ਇਹ ਹੈ ਸਿੱਖੀ। ਬਸਤੀ ਇੱਕ ਸਿਰਲੱਥਾਂ ਦੀ ਜਿਹੀ ਵਸੀ, ਜਿਉਣਾ ਹਰੇਕ ਨਿਮਾਣੇ ਨੂੰ ਰਾਸ ਆਇਆ। ਜੀਵਨ ਜਾਚ ਆ ਗਈ ਜਿਉਣ ਜੋਗਿਆਂ ਨੂੰ, ਆਈ ਮੌਤ ਨਾ ਉਹਦਾ ਤਰਾਸ ਆਇਆ। ਮੌਤ ਤੇ ਆਈ ਪਰ ਮੌਤ ਦਾ ਡਰ ਨਹੀਂ ਜੇ ਆਇਆ, ਮੌਤ ਦਾ ਭੈ ਖਤਮ ਕਰ ਦਿੱਤਾ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਹੈ। ਔਰ ਇਹ ਅਵਸਥਾ ਕਦੋਂ ਬਣਦੀ ਹੈ? ਜਦੋਂ ਉਹ ਮਾਲਕ ਹਿਰਦੇ ਵਿੱਚ ਪ੍ਰਗਟ ਹੋ ਜਾਏ। ਤੇ ਜਿਸ ਦਿਨ ਉਹ ਮਾਲਕ ਹਿਰਦੇ ਵਿੱਚੋਂ ਪ੍ਰਗਟ ਹੋ ਗਿਆ ਨਾ, ਹੈ ਤੇ ਅੰਦਰ ਹੀ ਹੈ ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਉਦਣ ਨਜ਼ਰ ਆਏਗਾ ਜਿੱਦਣ ਬੰਦਾ ਆਪਣੇ ਅੰਦਰ ਝਾਤੀ ਮਾਰੇਗਾ। ਅਜੇ ਬਾਹਰ ਮੁਖੀ, ਅੰਤਰਮੁਖੀ ਹੋਇਆ ਹੀ ਨਹੀਂ। ਹੁਣ ਅੰਦਰਮੁਖੀ ਨਹੀਂ ਹੋਇਆ। ਮੈਂ ਕਈ ਵਾਰੀ ਉਦਾਹਰਣ ਦਿੰਦਾ, ਇੱਕ ਬੰਦਾ ਪੁਸਤਕ ਪੜ੍ਹਦਾ ਤੇ ਪੁਸਤਕ ਨੂੰ ਥੋੜਾ ਜਿਹਾ ਅੱਖਾਂ ਤੋਂ ਦੂਰ ਰੱਖਦਾ। ਜੇ ਕਿਤੇ ਉਹ ਅੱਖਾਂ ਦੇ ਉੱਪਰ ਰੱਖ ਲਵੇ ਤੇ ਨਹੀਂ ਪੜ੍ਹ ਸਕਦਾ, ਥੋੜੀ ਦੂਰੀ ਚਾਹੀਦੀ ਹੈ। ਤੇ ਜਿਹੜਾ ਬੈਠਾ ਹੀ ਅੱਖਾਂ ਦੇ ਵਿੱਚ ਹੋਵੇ ਉਹਨੂੰ ਕਿਵੇਂ ਵੇਖਾਂਗੇ? ਉਹਦੇ ਵਾਸਤੇ ਤੇ ਫਿਰ ਅੰਦਰਮੁਖੀ ਹੋਣ ਦੀ ਲੋੜ ਹੈ ਨਾ। ਆਪਣੇ ਅੰਦਰ ਆਪਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ, ਬਾਰ-ਬਾਰ ਕਿਹਾ ਜਾਂਦਾ ਹੈ। ਆਪਣੇ ਅੰਦਰ ਝਾਤੀ ਮਾਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼। ਤੇ ਜਿਸ ਦਿਨ ਪਰਮਾਤਮਾ ਅੰਦਰੋਂ ਨਜ਼ਰ ਆ ਗਿਆ ਨਾ ਜੀ, ਉਦਣ ਫਿਰ ਕੋਈ ਦੁਸ਼ਮਣ ਨਜ਼ਰ ਨਹੀਂ ਆਏਗਾ। ਉਦਣ ਹਰੇਕ ਦੇ ਵਿੱਚੋਂ ਪਰਮਾਤਮਾ ਨਜ਼ਰ ਆਏਗਾ। ਕਿਵੇਂ? ਜਿਵੇਂ ਭਾਈ ਕਨ੍ਹਈਏ ਨੂੰ ਨਜ਼ਰ ਆਉਂਦਾ ਸੀ। ਭਾਈ ਕਨ੍ਹਈਆ ਜੀ, ਸਿੱਖਾਂ ਨੇ ਆ ਕੇ ਨਾ ਤੇ ਹਥਿਆਰ ਸੁੱਟ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ। ਕਹਿਣ ਲੱਗੇ, ਪਾਤਸ਼ਾਹ ਅਸੀਂ ਜੰਗ ਨਹੀਂ ਕਰਨੀ। ਸਾਹਿਬ ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਜਦੋਂ ਆਪਣੇ ਹੀ ਵਿੱਚ ਗਦਾਰ ਹੋ ਜਾਣ ਤੇ ਫਿਰ ਜੰਗ ਕਿਵੇਂ ਕੀਤੀ ਜਾ ਸਕਦੀ ਹੈ? ਤੇ ਸਾਹਿਬ ਜੀ ਹੈਰਾਨ ਹੋ ਕੇ ਪੁੱਛਦੇ ਨੇ, ਕਹਿਣ ਲੱਗੇ ਕਿ ਆਪਣੇ ਗਦਾਰ, ਉਹ ਵੀ ਸਿੱਖਾਂ ਦੇ ਵਿੱਚ, ਸਿੰਘਾਂ ਦੇ ਵਿੱਚ, ਇਹ ਕਿਵੇਂ ਹੋ ਸਕਦਾ? ਉਹਨਾਂ ਕਿਹਾ, ਮਹਾਰਾਜ ਅੱਜ ਇਹਨੂੰ ਬੜਾ ਪਿਆਰ ਕਰਦੇ ਹੋ ਕਨ੍ਹਈਆ, ਇਹ ਗਦਾਰੀ ਕਰ ਰਿਹਾ। ਅਸੀਂ ਦੁਸ਼ਮਣ ਨੂੰ ਜ਼ਖਮੀ ਕਰਕੇ ਧਰਤੀ ਤੇ ਸੁੱਟਨੇ ਆ, ਇਹ ਪਾਣੀ ਪਿਆ ਕੇ ਤੇ ਫਿਰ ਸਾਡੇ ਨਾਲ ਲੜਨ ਲਈ ਖੜਾ ਕਰ ਦਿੰਦਾ। ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾ ਰਿਹਾ। ਤੇ ਭਾਈ ਕਨ੍ਹਈਆ ਜੀ ਨੂੰ ਬੁਲਾ ਲਿਆ। ਕਹਿਣ ਲੱਗੇ, ਭਾਈ ਕਨ੍ਹਈਆ ਤੇਰੀ ਸ਼ਿਕਾਇਤ ਆਈ ਹੈ। ਕਹਿੰਦੇ ਨੇ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾ ਰਿਹਾ। ਤੇ ਭਾਈ ਕਨ੍ਹਈਏ ਦੇ ਹੱਥ ਜੁੜ ਗਏ। ਕਹਿਣ ਲੱਗੇ, ਨਹੀਂ ਦਾਤਿਆ, ਮੈਂ ਤੇ ਤੇਰੇ ਮੂੰਹ 'ਚ ਹੀ ਪਾਣੀ ਪਾਣਾ, ਮੈਨੂੰ ਹੋਰ ਤੇ ਕੋਈ ਦਿਸਦਾ ਹੀ ਨਹੀਂ, ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਭਾਈ ਕਨ੍ਹਈਏ ਨੇ ਜੋ ਸ਼ਬਦ ਕਹੇ ਨਾ, ਇੱਕ ਅਦੀਬ ਨੇ ਲਿਖੇ ਨੇ, ਕਹਿੰਦੇ ਨੇ, ਕਲਗੀ ਵਾਲਿਆ ਸਾਰੇ ਮੈਦਾਨ ਅੰਦਰ, ਮੈਨੂੰ ਹੋਰ ਕੋਈ ਨਜ਼ਰ ਆਇਆ ਹੀ ਨਹੀਂ। ਜਿੱਥੇ ਚੋਵਾਂ ਪਾਣੀ ਤੇਰਾ ਹੀ ਮੁਖ ਦਿਸੇ, ਕਿਸੇ ਹੋਰ ਦੇ ਮੁਖ ਵਿੱਚ ਪਾਇਆ ਹੀ ਨਹੀਂ।
ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੁਸਾਂ ਦੂਈ ਦਾ ਪਾਠ ਪੜਾਇਆ ਹੀ ਨਹੀਂ। ਇੱਕ ਹੱਥ ਖੰਡਾ ਦੂਜੇ ਹੱਥ ਅੰਮ੍ਰਿਤ, ਕਿਸੇ ਹੋਰ ਨੇ ਇਦਾਂ ਪਲਾਇਆ ਹੀ ਨਹੀਂ। ਕਹਿਣ ਲੱਗੇ ਮੇਰੇ ਦਾਤਿਆ ਮੈਨੂੰ ਤੇ ਤੇਰਾ ਹੀ ਮੁਖੜਾ ਨਜ਼ਰ ਆਉਂਦਾ, ਮੈਨੂੰ ਹੋਰ ਕੋਈ ਨਹੀਂ ਦਿਸਦਾ। ਕਹਿਣ ਲੱਗੇ ਇਹ ਦੁਸ਼ਮਣ ਨੂੰ ਮਾਰਦੇ ਨੇ ਪਰ ਮੈਂ ਦੁਸ਼ਮਣੀ ਨੂੰ ਮਾਰਨਾ ਵਾ। ਤੇ ਸਾਹਿਬ ਕਹਿਣ ਲੱਗੇ ਭਾਈ ਕਨਈਆ ਫਿਰ ਮੇਰੀ ਮਸ਼ਕ ਨਾ ਲੈ, ਆ ਡੱਬੀ ਵੀ ਲੈ ਲੈ ਮਲਮ ਦੀ, ਨਾਲ ਮਲਮ ਪੱਟੀ ਵੀ ਕਰੀ ਜਾ। ਪਰ ਇਹ ਅਵਸਥਾ ਉਹਨਾਂ ਦੀ ਬਣਦੀ ਏ ਜਿਨ੍ਹਾਂ ਨੂੰ ਸਾਰੇ ਪਾਸੇ ਗੁਰੂ ਨਜ਼ਰ ਆਉਂਦਾ ਹੈ, ਜਿਨ੍ਹਾਂ ਨੂੰ ਜਦੋਂ ਅੰਦਰੋਂ ਪਰਮਾਤਮਾ ਪ੍ਰਗਟ ਹੋ ਗਿਆ ਨਾ ਜੀ, ਉਦੋਂ ਫਿਰ ਜਿੱਧਰ ਵੀ ਵੇਖੋਗੇ ਨਾ ਕੋ ਬੈਰੀ ਨਾ ਹੀ ਬੇਗਾਨਾ, ਸਕਲ ਸੰਗ ਹਮ ਕੋ ਬਣ ਆਈ। ਉਦੋਂ ਸਾਰਿਆਂ ਦੇ ਵਿੱਚੋਂ ਪਰਮਾਤਮਾ ਨਜ਼ਰ ਆਵੇਗਾ। ਪਰ ਕਹਿੰਦੇ ਨੇ ਟੁੱਕ ਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ। ਇਹਨਾਂ ਫੁਰਨਿਆਂ ਨੂੰ ਰੋਕ ਤੇ ਤੈਨੂੰ ਅੰਦਰੋਂ ਪਰਮਾਤਮਾ ਨਜ਼ਰ ਆਏਗਾ। ਜਦੋਂ ਪਰਮਾਤਮਾ ਨਜ਼ਰ ਆਇਆ ਨਾ ਤੇ ਤੈਨੂੰ ਜਿੱਧਰ ਵੀ ਵੇਖੇਗਾ ਉਧਰ ਹੀ ਪਰਮਾਤਮਾ ਨਜ਼ਰ ਆਵੇਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਅੰਦਰ ਨੂੰ ਖੋਜ, ਕਿਉਂ ਪਰੇਸ਼ਾਨ ਹੋ ਕੇ ਭਟਕਦਾ ਫਿਰਦਾ, ਕਿਉਂ ਐਵੇਂ ਦੌੜਿਆ ਫਿਰਦਾ? ਤੂੰ ਆਪਣੇ ਅੰਦਰ ਝਾਤੀ ਮਾਰ, ਆਪਣੇ ਅੰਤਰ ਆਤਮੇ ਟਿਕਣ ਦਾ ਯਤਨ ਕਰ ਤੂੰ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਇਹ ਜਿਹੜਾ ਤੂੰ ਸੰਸਾਰ ਵੇਖ ਰਿਹਾ ਨਾ, ਇਹ ਸਿਹਰ ਮੇਲਾ ਭਾਵ ਕੀ ਹੈ ਕਿ ਇਹ ਜਿਵੇਂ ਇੱਕ ਜਾਦੂਗਰ ਹੁੰਦਾ ਹੈ ਨਾ, ਤੇ ਜਾਦੂਗਰ ਉਹ ਕਈ ਕੁਝ ਤੁਹਾਨੂੰ ਵਿਖਾਈ ਜਾਂਦਾ ਹੈ। ਉਹ ਕੀਮਤੀ ਕੱਪੜੇ ਕੱਢ ਕੇ ਵਿਖਾਈ ਜਾਏਗਾ, ਸੋਨੇ ਦੇ ਗਹਿਣੇ ਵਿਖਾਈ ਜਾਏਗਾ, ਹੋਰ ਵੀ ਜੋ ਆਖੋ ਉਹ ਐਸਾ ਉਸ ਦੇ ਕੋਲ ਕਲਾ ਹੈ ਕਿ ਉਹ ਸਭ ਕੁਝ ਤੁਹਾਨੂੰ ਨਜ਼ਰ ਆ ਜਾਏਗਾ। ਪਰ ਉਸ ਤੋਂ ਬਾਅਦ ਉਹ ਬਹੁਤਾ ਸਮਾਂ ਨਹੀਂ ਹੁੰਦਾ, ਥੋੜੀ ਦੇਰ ਬਾਅਦ ਉਹ ਫੇਰ ਰੁਪਈਆ ਹੱਥ ਅੱਡ ਕੇ ਤੁਹਾਡੇ ਕੋਲੋਂ ਹੀ ਮੰਗਦਾ ਫਿਰਦਾ। ਜੇ ਉਹ ਏਡਾ ਸ਼ਾਹੂਕਾਰ ਹੋਵੇ ਤੇ ਫਿਰ ਉਹਨੂੰ ਮੰਗਣ ਦੀ ਲੋੜ ਕਿਉਂ ਪੈਂਦੀ? ਕਹਿੰਦੇ ਨੇ ਸੰਸਾਰ ਵੀ ਇਸੇ ਤਰ੍ਹਾਂ ਹੀ ਹੈ। ਇਹਦੇ ਵਿੱਚ ਕੁਝ ਵੀ ਦਸਤਗੀਰੀ ਭਾਵ ਹੁੰਦਾ ਹੈ, ਹੱਥ ਵਿੱਚ ਰਹਿਣ ਵਾਲਾ ਨਹੀਂ, ਸਦਾ ਤੇਰੇ ਕੋਲ ਟਿਕਣ ਵਾਲਾ ਕੁਝ ਵੀ ਨਹੀਂ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹਨੂੰ ਸਦਾ ਤੂੰ ਥਿਰ ਨਾ ਸਮਝ। ਇਹ ਥੋੜੇ ਚਿਰ ਦਾ ਇੱਕ ਜਾਦੂ ਦਾ ਖੇਲ ਹੈ, ਉਸ ਤੋਂ ਬਾਅਦ ਇਹ ਖਤਮ ਹੋ ਜਾਏਗਾ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਬੇਸਮਝੀ ਦੇ ਵਿੱਚ ਝੂਠ ਜੋ ਹੈ ਉਸ ਨੂੰ ਪੜ ਪੜ ਕੇ ਖੁਸ਼ ਹੋ ਰਹੇ ਨੇ, ਔਰ ਬੇਸਮਝੀ ਦੇ ਵਿੱਚ ਹੀ ਹਰੇਕ ਚੀਜ਼ ਨੂੰ ਝੂਠ ਦੱਸੀ ਜਾ ਰਿਹਾ ਬੰਦਾ, ਕਿਉਂਕਿ ਸਮਝ ਨਹੀਂ। ਕਿਉਂਕਿ ਕਹਿੰਦੇ ਨੇ ਕਿ ਆਪ ਨੂੰ ਸਮਝਣਾ ਨਾ ਹੋਵੇ ਤੇ ਬੰਦਾ ਦੂਜੇ ਨੂੰ ਵੀ ਗਲਤੀ ਸਮਝੀ ਜਾਂਦਾ ਹੈ। ਇਹ ਬੜੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ। ਜਿੰਨਾ ਚਿਰ ਸਮਝ ਨਹੀਂ ਓਨੀ ਦੇਰ ਗੱਲ ਨਹੀਂ ਬਣਦੀ, ਉਹਨਾਂ ਚਿਰ ਇਹ ਸਾਰਿਆਂ ਨੂੰ ਝੂਠਾ ਕਹੀ ਜਾਂਦਾ ਹੈ। ਪਰ ਕਹਿੰਦੇ ਨੇ ਕਿ ਜਿਹੜੇ ਵੇਦ ਨੇ ਕਿਤਾਬ ਨੇ ਇਹਨਾਂ ਨੂੰ ਵੀ ਝੂਠੇ ਦੱਸੀ ਜਾਂਦਾ ਹੈ। ਪਰ ਸਾਹਿਬ ਕਹਿੰਦੇ ਨੇ ਝੂਠਾ ਜੋ ਨਾ ਵਿਚਾਰੈ। ਝੂਠਾ ਉਹ ਹੈ ਜਿਹੜਾ ਵਿਚਾਰਦਾ ਨਹੀਂ। ਹਰੇਕ ਚੀਜ਼ ਦੀ ਮਨੁੱਖ ਨੂੰ ਵਿਚਾਰ ਕਰਨੀ ਚਾਹੀਦੀ ਹੈ। ਵੇਦ ਕਿਤਾਬ ਕਹੇ ਸਭ ਝੂਠੇ, ਝੂਠਾ ਜੋ ਨਾ ਵਿਚਾਰੈ। ਇੱਥੇ ਤੇ ਵਿਚਾਰ ਕਰਨੀ ਹੈ। ਸਿੱਖੀ ਤੇ ਹੈ ਹੀ ਵਿਚਾਰ ਦਾ ਨਾਮ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਤੋ ਕਹਿੰਦੇ ਨੇ ਕਿ ਉਹ ਪੜ ਪੜ ਕੇ ਸਾਰਿਆਂ ਨੂੰ ਝੂਠ ਦੱਸ ਕੇ ਤੇ ਬਾਦ ਵਿਵਾਦ ਕਰਕੇ ਆਪ ਖੁਸ਼ ਹੋਈ ਜਾ ਰਿਹਾ ਹੈ। ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੀ। ਹੱਕ ਸੱਚ ਉਹ ਪਰਿਪੂਰਨ ਪਰਮਾਤਮਾ, ਉਹ ਕਹਿੰਦੇ ਨੇ ਖਾਲਕ ਜਿਹੜਾ ਖਲਕ ਮਿਆਨੇ, ਭਾਵ ਖਾਲਕ ਖਲਕਤ ਦੇ ਵਿੱਚ ਹੈ। ਪਰਮਾਤਮਾ ਨੇ ਆਪਣਾ ਆਪਾ ਆਪਣੀ ਕਿਰਤ ਵਿੱਚ ਟਿਕਾਇਆ ਹੋਇਆ ਹੈ।
ਸੰਸਾਰ ਦੇ ਲੋਕੀ ਕਿਰਤ ਕਰਦੇ ਨੇ, ਉਹਦੀ ਕਿਰਤ ਕਿਤੇ ਹੋਰ ਹੈ, ਕਰਤਾ ਕਿਤੇ ਹੋਰ ਹੈ, ਗਹਿਣੇ ਹੋਰ ਨੇ ਕਿਤੇ, ਸੁਨਿਆਰਾ ਕਿਤੇ ਹੋਰ ਹੈ, ਫਸਲ ਪੈਦਾ ਕਰਨ ਵਾਲਾ ਕਿਤੇ ਹੋਰ ਹੈ, ਦਾਣੇ ਕਿਤੇ ਹੋਰ ਨੇ। ਪਰ ਉਹ ਕਰਤਾ ਐਸਾ ਹੈ, ਕਹਿੰਦੇ ਨੇ ਕਿ ਉਹ ਆਪਣੀ ਕਿਰਤ ਦੇ ਵਿੱਚ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਹੇ। ਉਹ ਪਰਮਾਤਮਾ ਜਿਹੜਾ ਉਹ ਖਾਲਕ ਦੇ ਵਿੱਚ ਬੈਠਾ ਹੋਇਆ ਹੈ। ਔਰ ਇਹ ਨਾ ਸਮਝਿਓ ਕਿਸੇ ਨੇ ਕਹਿ ਦਿੱਤਾ ਜੀ ਖੁਦਾ ਸਤਵੇਂ ਅਸਮਾਨ ਤੇ ਹੈ, ਕਿਸੇ ਨੇ ਕਹਿ ਦਿੱਤਾ ਕਿ ਕ੍ਰਿਸ਼ਨ ਦੀ ਮੂਰਤ ਵਿੱਚ ਹੈ। ਉਹ ਕਹਿੰਦੇ ਨੇ ਨਹੀਂ, ਸ਼ਿਆਮ ਮੂਰਤ ਨਾ ਹੈ। ਕਹਿੰਦੇ ਨੇ ਨਾ ਉਹ ਸਤਵੇਂ ਅਸਮਾਨ ਤੇ ਹੈ ਤੇ ਨਾ ਉਹ ਕ੍ਰਿਸ਼ਨ ਜੀ ਦੀ ਮੂਰਤ ਵਿੱਚ ਹੈ, ਉਹ ਤੇ ਸਾਰਿਆਂ ਵਿੱਚ ਹੀ ਟਿਕਿਆ ਹੋਇਆ ਹੈ। ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਅਸਮਾਨ ਮਿਹਾਨੇ ਲਹੰਗ ਦਰਿਆ, ਇਹ ਕੀ ਹੈ? 10ਵਾਂ ਦਵਾਰ। ਤੇਰੇ ਅੰਤਹਿਕਰਨ ਦੇ ਵਿੱਚ ਉਹਦੀਆਂ ਲਹਿਰਾਂ ਦਾ ਦਰਿਆ ਵਗਦਾ ਹੈ, ਉਹਦੀਆਂ ਰਹਿਮਤਾਂ ਦਾ ਦਰਿਆ ਪਿਆ ਵਗਦਾ ਹੈ। ਪਰ ਕਹਿੰਦੇ ਨੇ ਗੁਸਲ ਕਰਦਨ ਬੂਦ। ਗੁਸਲ ਕਹਿੰਦੇ ਹੁੰਦੇ ਨੇ ਇਸ਼ਨਾਨ ਨੂੰ। ਅਸੀਂ ਕਹਿੰਦੇ ਨੇ ਨਾ ਗੁਸਲਖਾਨਾ, ਭਾਵ ਇਸ਼ਨਾਨ ਕਰਨ ਵਾਲੀ ਥਾਂ। ਗੁਸਲ ਤੋਂ ਭਾਵ ਇਸ਼ਨਾਨ। ਕਹਿੰਦੇ ਨੇ ਉਹ ਤੇ ਉਹਦਾ ਤੇ ਦਰਿਆ ਰਹਿਮਤਾਂ ਦਾ ਵਗਦਾ ਪਿਆ ਤੇਰੇ ਅੰਦਰ, ਤੇਰੇ ਅੰਤਹਿਕਰਨ। ਪਰ ਤੂੰ ਅੰਦਰ ਝਾਤੀ ਨਹੀਂ ਮਾਰਦਾ, ਤੂੰ ਅੰਦਰ ਝਾਤੀ ਮਾਰ, ਤੈਨੂੰ ਅੰਤਰ ਆਤਮੇ ਇਸ਼ਨਾਨ ਕਰਨਾ ਚਾਹੀਦਾ ਹੈ। ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾ ਮੌਜੂਦ। ਕਹਿੰਦੇ ਨੇ ਪਿਆਰਿਆ ਕਰ ਫਕਰ ਦਾਇਮ ਲਾਏ ਚਸ਼ਮੇ। ਚਸ਼ਮਾ ਕਹਿੰਦੇ ਨੇ ਐਨਕ ਨੂੰ। ਕਹਿੰਦੇ ਨੇ ਤੂੰ ਬੰਦਗੀ ਦੀ ਐਨਕ ਲਾ ਕੇ ਵੇਖ। ਜਿਸ ਦਿਨ ਤੂੰ ਬੰਦਗੀ ਦੀ ਐਨਕ ਲਾ ਕੇ ਵੇਖ ਲਈ ਨਾ, ਤੇ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਨਾ ਕਰ ਫਕਰ ਦਾਇਮ ਲਾਏ ਚਸ਼ਮੇ, ਜਹਾਂ ਤਹਾਂ ਮੌਜੂਦ। ਜਿੱਥੇ ਜਿੱਥੇ ਵੀ ਤੂੰ ਨਜ਼ਰ ਮਾਰੇਗਾ ਤੈਨੂੰ ਉੱਥੇ ਹੀ ਪਰਮਾਤਮਾ ਦਿਸੇਗਾ। ਪਰ ਦਿਸੇਗਾ ਉਦਣ ਜਿੱਦਣ ਤੂੰ ਬੰਦਗੀ ਦੀ ਐਨਕ ਲਾਏਗਾ। ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਉਹ ਪਰਿਪੂਰਨ ਪਰਮਾਤਮਾ ਪਾਕ ਪਵਿੱਤਰ ਹੈ। ਕਹਿੰਦੇ ਨੇ ਉਹਦੀ ਪਵਿੱਤਰਤਾ ਤੇ ਸ਼ੱਕ ਤਾਂ ਹੋਵੇ ਜੇ ਉਹਦੇ ਵਰਗਾ ਕੋਈ ਹੋਰ ਹੋਵੇ ਤੇ ਬੰਦਾ ਕਹਿ ਸਕਦਾ ਕਿ ਆਹ ਨਹੀਂ, ਸ਼ਾਇਦ ਆ ਦੂਜਾ ਹੋਵੇ। ਨਹੀਂ, ਉਹ ਤੇ ਹੈ ਹੀ ਇੱਕੋ ਹੀ ਹੈ। ਗੁਣ ਇਹ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹਦਾ ਇੱਕ ਬੜਾ ਵੱਡਾ ਗੁਣ ਇਹ ਹੈ ਕਿ ਉਹਦੇ ਵਰਗਾ ਹੋਰ ਹੈ ਹੀ ਕੋਈ ਨਹੀਂ। ਪਰਮਾਤਮਾ ਨੇ ਸਭ ਨੂੰ ਬਣਾਇਆ, ਪਰ ਇੱਕ ਚੀਜ਼ ਇਹ ਹੈ ਜਿਹਨੂੰ ਪਰਮਾਤਮਾ ਵੀ ਨਹੀਂ ਬਣਾ ਸਕਦਾ। ਪੁੱਛਿਆ ਉਹ ਕਿਹੜੀ? ਕਹਿੰਦੇ ਨੇ ਪਰਮਾਤਮਾ ਦੂਜਾ ਪਰਮਾਤਮਾ ਨਹੀਂ ਜੇ ਬਣਾ ਸਕਦਾ। ਉਹ ਇੱਕੋ ਹੀ ਹੈ, ਉਹਦੇ ਵਰਗਾ ਹੋਰ ਹੈ ਹੀ ਕੋਈ ਨਹੀਂ ਹੈ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਉਹ ਬਖਸ਼ਿਸ਼ ਜਿਹਦੇ ਤੇ ਵੀ ਕਰ ਦੇਵੇ ਨਾ, ਉਹਨੂੰ ਇਸ ਗੱਲ ਦੀ ਸਮਝ ਪੈਂਦੀ ਹੈ। ਜਿਹਦੇ ਤੇ ਉਹਦਾ ਕਰਮ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਉਹਦੀ ਰਹਿਮਤ ਹੋ ਜਾਏ, ਉਹ ਕਰੈ ਤੋ ਜਾਣੈ ਸੋਏ। ਉਹ ਫਿਰ ਜਾਣ ਸਕਦਾ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਨਾ, ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ। ਆਓ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਇਸ ਗੱਲ ਦੀ ਸਮਝ ਆ ਜਾਏ।